ਵਾਹਿਗੁਰੂ 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 गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां सतगुरां ने गुरबाणी गुरु राही भेज दिता नाम दा, सच दा, अकाल पुरख परमेश्वर दा। हुण जिन्हां जीवां ने नाम नूं वसार दिता, जिन्हां ने नाम दा नहीं भेत लिया, उन्हां नूं कोई होर थां ठिकाणा नहीं। फिर उन्हां दा मन जिहड़ा वो रुकदा नहीं, वो ठहरदा नहीं। वो वार वार आकारां दे विच, वार वार जूनां दे विच आउंदे। जिन्हां ने फिर नाम दी प्राप्ति कर ली, प्राप्ति किन्हां ने कीती? जिन्हां ने गुरु दा वचन मन्निया, जिहड़े सिख बने। गुरबाणी गुरु विच उन्हां गुरमुखां नूं जिथे सेवक आखिया, उन्हां नूं लाले भी आखिया, गोले परमात्मा दे, निरंकार दे, वाहिगुरू जी। गुरु नानक पातशाह इसे परथाई फरमाउंदे, जिन्नी नाम वसारिया तिन्ना ठौर न ठाओ, लाले लालच त्यागिया पाया हर नाओ। बई जिहड़ा उहदा लाला, जिहड़ा मालक दा सेवक, उहने लालच नूं, लोभ नूं त्याग के उहने नाम दी प्राप्ति कर ली। हुण जिन्हां ने नाम की प्राप्ति की, हुण जे आपां नूं उन्हां दी संगत मिल जे, उन्हां दा संग हो जी, फिर असीं भी नाम तक पहुँच सकते हैं, असीं भी परमात्मा सच तक पहुँच सकते। महाराज इसलिए फिर समझाउंदे भी एक तां असीं परमात्मा दे गोले बन जी, एक जिहड़े फिर उहदे सेवक मालक दे, जे असीं उन्हां दे भी सेवक बन जाइए, उन्हां दा भी संग करिए, ते तां भी असीं तर सकते। महाराज फरमाउंदे, हम होमे लाले गोले गुरसिखां की। भी तेरे जिहड़े गुरसिख, बई असीं उन्हां दे गोले हो जाइए, उन्हां दे असीं संग करके उन्हां दे वचनां नूं कमा लीए, वचनां नूं मन लीए। फिर वो सानू दस दे भी किमें नाम तक पहुँचे, नाम की है, किमें सानू नाम की प्राप्ति होनी। वो फिर सारा सानू नाम का भेज देंदे, क्योंकि नाम तो बिना असी जीवन मुक्त नहीं हो सकते। महाराज स्पष्ट समझाउंदे, बिन नामे मुक्त न पावे कोई,
ਬਿਨ ਸਤਿਗੁਰ ਕੋ ਨਾਉ ਨਾ ਪਾਵੇ, ਪ੍ਰਭ ਐਸੀ ਬਣਤ ਬਣਾਈ। ਇਹ ਅਕਾਲ ਪੁਰਖ ਵਾਹਿਗੁਰੂ ਦਾ ਵਿਧਾਨ ਹੈ ਵੀ ਨਾਮ ਤੋਂ ਬਿਨਾਂ ਕੋਈ ਜੀਵਨ ਮੁਕਤ ਨਹੀਂ ਹੋ ਸਕਦਾ। ਜੇ ਹੁਣ ਆਪਾਂ ਚਾਹੁੰਦੇ ਹਾਂ ਵੀ ਅਸੀਂ ਸੁਖੀ ਹੋ ਜਾਈਏ ਸਦਾ ਵਾਸਤੇ, ਸਾਡਾ ਜਿਹੜਾ ਜਨਮ ਮਰਨ ਦਾ ਗੇੜ, ਜਿਹੜਾ ਅਸੀਂ ਵਾਰ-ਵਾਰ ਜੰਮਦੇ ਮਰਦੇ ਹਾਂ, ਜਿਹੜਾ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਉਂਦੇ ਹਾਂ, ਅੱਗੇ ਦੀ ਅੱਗੇ ਤੁਰੇ ਆ ਰਹੇ ਹਾਂ, ਸਾਡਾ ਇਹ ਜਿਹੜਾ ਆਵਾਗਾਉਣ ਦਾ ਚੱਕਰ ਇਹ ਸਦਾ ਵਾਸਤੇ ਖਤਮ ਹੋ ਜੇ ਅਤੇ ਅਸੀਂ ਸਦਾ ਲਈ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੇ ਵਿੱਚ ਸਮਾ ਜਾਈਏ। ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਨਾਮ ਤੋਂ ਬਿਨਾਂ ਤੁਸੀਂ ਮੁਕਤ ਨਹੀਂ ਹੋ ਸਕਦੇ, ਨਾਮ ਤੋਂ ਬਿਨਾਂ ਤੁਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਜੇ ਹੁਣ ਅਸੀਂ ਨਾਮ ਨੂੰ ਭੁੱਲੇ ਬੈਠੇ ਹਾਂ, ਨਾਮ ਨੂੰ ਵਿਸਾਰੀ ਬੈਠੇ, ਅਤੇ ਸਾਡਾ ਤਾਂ ਕੋਈ ਥਾਂ ਟਿਕਾਣਾ ਹੀ ਨਹੀਂ। ਫਿਰ ਅਸੀਂ ਆਖੀਏ ਵੀ ਸਾਡਾ ਮਨ ਟਿਕੇ, ਅਤੇ ਮਨ ਟਿਕੇ ਕਿਵੇਂ? ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਜੇ ਅਸੀਂ ਨਾਮ ਨੂੰ ਭੁੱਲੇ ਰਹੇ, ਸਾਡਾ ਆਉਣਾ ਜਾਣਾ ਜਿਹੜਾ ਉਹ ਸੰਸਾਰ 'ਚ ਬਣਿਆ ਹੀ ਰਹਿਣਾ। ਫਰਮਾਉਂਦੇ ਸੱਚੇ ਪਾਤਸ਼ਾਹ, ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਮੂ ਜਾਊਂ। ਵੀ ਜੇ ਅਸੀਂ ਨਾਮ ਨੂੰ ਭੁੱਲੇ ਰਹੇ, ਸਾਡਾ ਆਉਣਾ ਜਾਣਾ ਦੋਵੇਂ ਬਣੇ ਰਹਿਣ। ਨਾਨਕ ਨਾਮ ਵਸਾਰਿਆਂ, ਆਵਣ ਜਾਣਾ ਦੋਏ। ਬਈ ਨਾਮ ਨੂੰ ਵਿਸਾਰ ਕੇ, ਨਾਮ ਨੂੰ ਭੁਲਾ ਕੇ ਸਾਡਾ ਆਉਣ ਅਤੇ ਜਾਣ ਦੋਨੇ ਬਣੇ ਰਹਿੰਦੇ। ਹੁਣ ਇਹ ਨਾਮ ਕੀ ਹੈ ਜਿਸ ਨਾਮ ਦੀ ਸਤਿਗੁਰੂ ਇੰਨੀ ਮਹਿਮਾ ਕਰਦੇ, ਇੰਨੀ ਵਡਿਆਈ ਕਰਦੇ? ਉਹ ਫਿਰ ਨਾਮ ਹੈ ਅਕਾਲ ਪੁਰਖ ਪਰਮਾਤਮਾ ਦੇ ਮੁਖ ਦੀ ਆਵਾਜ਼, ਜਿਹਨੂੰ ਅਨਹਦ ਸ਼ਬਦ ਆਖਿਆ, ਜਿਹਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ। ਸਹਿਜ ਧੁਨ ਆਖਿਆ, ਨਾਦ ਆਖਿਆ, ਤੂਰ ਆਖਿਆ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਆਖੇ। ਹੁਣ ਆਵਾਂ ਨੂੰ ਫਿਰ ਤਾਂਹੀਓ ਕਹਿੰਦੇ ਵੀ ਤੁਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ, ਤੁਸੀਂ ਨਾਮ ਦੇ ਨਾਲ ਜੁੜੋ। ਹੁਣ ਚਰਨ ਕੀ ਨੇ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਚਿੱਤ ਚਰਨ ਨਾਮ। ਬਈ ਪਰਮਾਤਮਾ ਦਾ ਜੋ ਨਾਮ ਹੈ ਉਹੀ ਉਹ ਪਰਮਾਤਮਾ ਦੇ ਚਰਨ ਨੇ, ਅਤੇ ਅਸੀਂ ਆਪਦੇ ਚਿੱਤ ਨੂੰ ਉਹਦੇ ਚਰਨਾਂ ਦੇ ਨਾਲ ਜੋੜਨਾ। ਅਸੀਂ ਮਾਲਕ ਦੇ ਚਰਨਾਂ ਦੀ ਧੂੜੀ ਬਣਨਾ, ਵੀ ਅਸੀਂ ਉਹਦੇ ਚਰਨਾਂ ਦੀ ਧੂੜ ਬਣ ਜੀ। ਜੋ ਸਤਿਗੁਰੂ ਸਾਨੂੰ ਫਰਮਾਉਂਦੇ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂੜ, ਨਾਨਕ ਸਰਨ ਤੁਹਾਰੀਆਂ ਪੇਖੋਂ ਸਦਾ ਹਜ਼ੂਰ। ਬਈ ਅਸੀਂ ਸਦਾ ਤੇਰੇ ਚਰਨਾਂ ਦੀ ਧੂੜੀ ਬਣੇ ਰਹੀਏ। ਹੁਣ ਜਿਹੜਾ ਲਾਲਾ ਉਹ ਚਰਨਾਂ ਦੀ ਧੂੜੀ ਬਣ ਗਿਆ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਵੀ ਲਾਲੇ ਗੋਲੇ ਬਣੋ। ਕਿਹਦੇ? ਪਰਮਾਤਮਾ ਨਿਰੰਕਾਰ ਦੇ। ਇੱਕ ਤਾਂ ਹੁੰਦਾ ਮਾਇਆ ਦਾ ਗੋਲਾ, ਇੱਕ ਹੁੰਦਾ ਕਾਲ ਦਾ ਗੁਲਾਮ, ਮਾਇਆ ਦਾ ਗੁਲਾਮ। ਉਹ ਫਿਰ ਮਾਇਆ ਦੀ ਗੁਲਾਮੀ ਕਰਦਾ, ਮਾਇਆ ਦੀ ਚਾਕਰੀ ਕਰਦਾ। ਇੱਕ ਹੁੰਦੇ ਗੁਰਮੁਖ ਜਿਹੜੇ ਪਰਮਾਤਮਾ ਦੇ ਗੁਲਾਮ, ਉਹਦੇ ਗੋਲੇ, ਉਹਦੇ ਘਰ ਦੇ। ਤਾਂਹੀਓ ਭਗਤਾਂ ਨੇ ਆਖਿਆ, ਬਾਬਾ ਕਬੀਰ ਜੀ ਕਹਿੰਦੇ ਵੀ ਅਸੀਂ ਕਿਸੇ ਹੋਰ ਦੇ ਗੁਲਾਮ ਨਹੀਂ, ਅਸੀਂ ਜੇ ਗੁਲਾਮ ਹਾਂ ਤੇ ਪਰਮਾਤਮਾ ਵਾਹਿਗੁਰੂ ਦੇ ਹਾਂ, ਉਹਦੇ ਘਰ ਦੇ ਗੋਲੇ। ਫਰਮਾਉਂਦੇ, ਕਹੋ ਕਬੀਰ ਗੁਲਾਮ ਘਰ ਕਾ, ਵੀ ਅਸੀਂ ਤੇਰੇ ਘਰ ਦੇ, ਤੇਰੇ ਦਰ ਦੇ ਗੁਲਾਮ। ਹੁਣ ਜਿਹੜਾ ਫਿਰ ਮਾਲਕ ਦਾ ਗੋਲਾ ਬਣ ਗਿਆ, ਗੋਲੇ ਨੂੰ ਨੌਕਰ ਵੀ ਕਹਿੰਦੇ, ਚਾਕਰ। ਚਾਕਰ ਜਿਹੜਾ ਸੇਵਕ, ਜਿਹੜਾ ਸੇਵਾ ਕਰਦਾ। ਹੁਣ ਪਰਮਾਤਮਾ ਦਾ ਚਾਕਰ ਕੌਣ ਹੈ? ਸਤਿਗੁਰੂ ਕਹਿੰਦੇ, ਚਾਕਰ ਤੇਰਾ ਸੋਈ ਜੋ ਸਹਿਜ ਰਿਹਾ ਸਮਾਈ। ਵੀ ਜਿਹੜਾ ਸਹਿਜ ਦੇ ਵਿੱਚ ਹੈ ਉਹ ਤੇਰਾ ਚਾਕਰ, ਉਹ ਤੇਰਾ ਸੇਵਕ ਹੈ। ਜਿਹੜਾ ਮਾਣ ਅਭਿਮਾਨ ਦੇ ਵਿੱਚ, ਜਿਹੜਾ ਦੁੱਖਾਂ ਸੁੱਖਾਂ ਦੇ ਵਿੱਚ, ਜਿਹੜਾ ਪਾਪ ਪੁੰਨ ਦੇ ਵਿੱਚ ਜਾਂਦਾ, ਉਹ ਸੇਵਕ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ, ਮਾਣ ਅਭਿਮਾਨ ਮਧੇ ਸੋ ਸੇਵਕ ਨਾਹੀਂ।
ਵੀ ਜਿਹੜਾ ਮਾਣ ਤੇ ਅਪਮਾਨ ਦੇ ਵਿੱਚ ਹੀ ਲੱਗਾ ਹੈ ਉਹ ਸੇਵਕ ਨਹੀਂ ਹੋ ਸਕਦਾ। ਹੁਣ ਸੇਵਕ ਦਾ ਮਤਲਬ ਵੀ ਉਹਨੇ ਸੇਵਾ ਕਰ ਮਾਲਕ ਦੀ ਨਿਰੰਕਾਰ ਦੀ, ਅਤੇ ਉਹਨੇ ਪਰਮਾਤਮਾ ਦਾ ਹੁਕਮ ਮੰਨਣਾ ਅਤੇ ਸੇਵਾ 'ਚ ਹਰ ਸਮੇਂ ਹਾਜ਼ਰ ਰਹਿਣਾ। ਹੁਣ ਇਸ ਵਾਸਤੇ ਫਿਰ ਗੁਰਮੁਖਾਂ ਨੇ ਆਖਿਆ ਵੀ ਅਸੀਂ ਮਾਲਕ ਦੇ ਸੇਵਕ ਹਾਂ, ਅਤੇ ਜਿਹੜੇ ਸੇਵਕ ਬਣ ਗਏ ਉਹਨਾਂ 'ਤੇ ਫਿਰ ਮਾਲਕ ਨੂੰ ਵੀ ਭਰੋਸਾ ਆ ਜਾਂਦਾ। ਜਿਹੜਾ ਨੌਕਰ ਹੁਕਮ ਦੇ ਵਿੱਚ ਹੋਵੇ, ਜਿਹੜਾ ਹਰ ਸਮੇਂ ਸੇਵਾ 'ਤੇ ਹਾਜ਼ਰ ਰਹਿੰਦਾ, ਜਿਹੜਾ ਹੁਕਮ ਦੂਲੀ ਨਹੀਂ ਕਰਦਾ, ਵੀ ਹੁਕਮ ਨੂੰ ਮੋੜਦਾ ਨਹੀਂ, ਫਿਰ ਉਹਦੇ 'ਤੇ ਮਾਲਕ ਨੂੰ ਭਰੋਸਾ ਆ ਜਾਂਦਾ, ਉਹਦੇ 'ਤੇ ਉਹ ਯਕੀਨ ਕਰਦਾ। ਫਿਰ ਇਸੇ ਤਰ੍ਹਾਂ ਹੀ ਗੁਰਮੁਖਾਂ 'ਤੇ ਫਿਰ ਜਿਨ੍ਹਾਂ 'ਤੇ ਮਾਲਕ ਨੇ ਭਰੋਸਾ ਵਿਸ਼ਵਾਸ ਕੀਤਾ ਉਹਨਾਂ ਨੂੰ ਕਹਿੰਦਾ ਵੀ ਮੇਰੇ ਘਰ ਦੇ ਗੁਲਾਮ, ਵੀ ਇਹ ਮੇਰੇ ਮੁੱਲ ਖਰੀਦੇ ਹੋਏ। ਮਹਾਰਾਜ ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੇ ਵਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਨੌਕਰ ਦਾ ਕੰਮ ਹੈ ਵੀ ਉਹਨੇ ਆਪਦੀ ਮੱਤ ਨਹੀਂ ਵਰਤਣੀ, ਜਿਹੜਾ ਕੰਮ ਮਾਲਕ ਨੇ ਆਖਿਆ ਉਹਨੇ ਉਹ ਕਰਨਾ। ਅਤੇ ਫਿਰ ਨੌਕਰ ਦਾ ਜਿਹੜਾ ਫਿਕਰ ਉਹ ਮਾਲਕ ਨੂੰ ਆਪੇ ਹੀ, ਕਿਉਂਕਿ ਜਿਹੜਾ ਨੌਕਰ ਹੁਕਮ ਦੇ ਵਿੱਚ ਚੱਲਦਾ, ਜਿਹੜਾ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ, ਉਹਦਾ ਸਾਰਾ ਫਿਕਰ ਮਾਲਕ ਨੂੰ। ਸੋ ਜੇ ਹੁਣ ਨੌਕਰ ਆਪਦੀ ਮੱਤ ਵਰਤੇ, ਆਪਦੀ ਸਿਆਣਪ ਵਰਤੇ, ਅਤੇ ਫਿਰ ਉਹ ਜਿਹੜਾ ਉਹ ਚਾਕਰ ਕਾਹਦਾ ਹੋਇਆ, ਨੌਕਰ ਕਾਹਦਾ ਹੋਇਆ। ਹੁਣ ਨੌਕਰ ਦਾ ਕੰਮ ਹੈ ਵੀ ਉਹਨੇ ਆਪਦੀ ਸਿਆਣਪ ਨਹੀਂ ਵਰਤਣੀ, ਜੋ ਮਾਲਕ ਨੇ ਆਖਿਆ ਉਹ ਕਰ। ਹੁਣ ਇਸੇ ਤਰ੍ਹਾਂ ਹੀ ਫਿਰ ਜਿਹੜੇ ਮਾਲਕ ਦਾ ਹੁਕਮ ਮੰਨਦੇ, ਫਿਰ ਉਹਨਾਂ ਪਰਥਾਏ ਮਹਾਰਾਜ ਕਹਿੰਦੇ ਵੀ ਇਹ ਮੇਰੇ ਮੁੱਲ ਖਰੀਦੇ ਹੋਏ, ਵੀ ਇਹ ਮੇਰੇ ਘਰ ਦੇ ਗੁਲਾਮ। ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ, ਕਹਿੰਦੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਵੀ ਸਾਨੂੰ ਮਾਲਕ ਨੇ ਬੈ ਖਰੀਦਿਆ ਹੋਇਆ, ਵੀ ਅਸੀਂ ਉਹਦੇ ਘਰ ਦੇ ਗੁਲਾਮ, ਉਹਦੇ ਘਰ ਦੇ ਨੌਕਰ, ਉਹਦੇ ਘਰ ਦੇ ਚਾਕਰ। ਹੁਣ ਚਾਕਰ ਦਾ ਕੰਮ ਹੈ ਵੀ ਮਾਲਕ ਦੀ ਆਪਦੇ ਦੀ ਵਡਿਆਈ ਕਰਨੀ, ਉਹਦੀ ਸੇਵਾ ਕਰਨੀ, ਅਤੇ ਉਹਦੀ ਸੇਵਾ ਦੇ ਵਿੱਚ ਹਰ ਸਮੇਂ ਲੱਗੇ ਰਹਿਣਾ। ਹੁਣ ਜਿਹੜਾ ਸੁੱਖ ਫਿਰ ਮਾਲਕ ਦੀ ਸੇਵਾ ਦੇ ਵਿੱਚ, ਉਹ ਸੁੱਖ ਸੰਸਾਰ ਦੇ ਕਿਸੇ ਪਦਾਰਥ ਦੇ ਵਿੱਚ ਨਹੀਂ, ਉਹ ਸੁੱਖ ਸੰਸਾਰ ਦੇ ਰਾਜ ਭਾਗ ਦੇ ਵਿੱਚ। ਮਹਾਰਾਜ ਤਾਂਹੀਓ ਸਮਝਾਉਂਦੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀ। ਬਈ ਜਿਹੜਾ ਸੁੱਖ ਮਾਲਕ ਦੀ ਸੇਵਾ ਦੇ ਵਿੱਚ, ਜਿਹੜਾ ਸੁੱਖ ਉਹਦੇ ਨੌਕਰ, ਉਹਦੇ ਚਾਕਰ ਬਣ ਕੇ, ਉਹ ਸੁੱਖ ਸੰਸਾਰ ਦੇ ਰਾਜ ਭਾਗ ਦੇ ਵਿੱਚ ਬਣੀ, ਕਿਉਂਕਿ ਇਹਦੇ ਵਿੱਚ ਤਾਂ ਚਿੰਤਾ ਫਿਕਰ ਨੇ। ਹੁਣ ਜਿਹੜਾ ਮਾਲਕ ਦਾ ਨੌਕਰ ਚਾਕਰ, ਉਹਨੂੰ ਕੋਈ ਚਿੰਤਾ ਨਹੀਂ, ਉਹਨੂੰ ਕੋਈ ਫਿਕਰ ਨਹੀਂ, ਉਹਦੇ ਸਭ ਸਹਿੰਸੇ ਫਿਕਰ ਚਿੰਤਾਵਾਂ ਖਤਮ ਹੋ ਗਈ। ਉਹਦਾ ਇੱਕੋ ਹੀ ਕੰਮ ਹੈ ਸੇਵਕ ਦਾ, ਵੀ ਜੋ ਮਾਲਕ ਕਹਿੰਦਾ ਬਸ ਉਹਨੂੰ ਮੰਨਣਾ, ਮਾਲਕ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ, ਅਤੇ ਉਹਨੇ ਸੁਖੀ ਰਹਿਣਾ। ਜੋ ਸੁੱਖ ਉਹਦੀ ਸੇਵਾ ਦੇ ਵਿੱਚ, ਉਹ ਸੁੱਖ ਹੋਰ ਕਿਤੇ ਵੀ ਨਹੀਂ ਮਿਲਦਾ। ਹੁਣ ਜਿਹੜੇ ਫਿਰ ਮਾਲਕ ਦੇ ਸੇਵਕ ਬਣ ਗਏ, ਜਦੋਂ ਅਸੀਂ ਉਹਨਾਂ ਤੋਂ ਪੁੱਛਦੇ ਵੀ ਤੁਹਾਨੂੰ ਕਦੇ ਚਿੰਤਾ ਨਹੀਂ ਹੁੰਦੀ, ਤੁਹਾਨੂੰ ਕਦੇ ਫਿਕਰ ਨਹੀਂ ਹੁੰਦਾ, ਤੁਹਾਨੂੰ ਦੁੱਖ ਨਹੀਂ ਹੁੰਦੀ, ਫਿਰ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਵੀ ਬੜੀ ਮਾਲਕ ਦੀ ਦਇਆ, ਬੜੀ ਉਹਦੀ ਕਿਰਪਾ, ਅਸੀਂ ਤਾਂ ਸਾਰਾ ਕੁਛ ਮਾਲਕ 'ਤੇ ਛੱਡ ਰੱਖੀ। ਫਿਰ ਜਦੋਂ ਆਪਾਂ ਉਹਦੇ ਜਿਹੜੇ ਸੇਵਕ, ਉਹਨਾਂ ਦਾ ਜਦੋਂ ਜੀਵਨ ਦੇਖਦੇ ਵੀ ਇਹ ਇੰਨੇ ਸੁਖੀ ਨੇ, ਵੀ ਇਹਦੇ ਵਿੱਚ ਬਹੁਤ ਸੁੱਖ, ਫਿਰ ਆਪਾਂ ਕਹਿੰਦੇ ਵੀ ਸਾਨੂੰ ਵੀ ਮਾਲਕ ਦੇ, ਵੀ ਅਸੀਂ ਵੀ ਨੌਕਰ ਬਣ ਸਕਦੇ ਹਾਂ, ਸਾਨੂੰ ਵੀ ਆਪਦੀ ਚਾਕਰੀ 'ਤੇ ਲਾ ਸਕਦੇ।
ਫਿਰ ਉਹ ਗੁਰਮੁਖ ਦੱਸਦੇ ਵੀ ਉਹਦਾ ਚਾਕਰ ਬਣਨ ਵਾਸਤੇ, ਉਹਦਾ ਨੌਕਰ ਬਣਨ ਵਾਸਤੇ ਆਪਦੀ ਮੱਤ ਛੱਡਣੀ ਪੈਂਦੀ। ਵੀ ਜੇ ਆਪਦੀ ਮੱਤ ਵਰਤਾਂਗੇ ਤਾਂ ਫਿਰ ਉਹਦੇ ਨੌਕਰ ਚਾਕਰ ਨਹੀਂ ਬਣ ਸਕਦੇ। ਜਿਵੇਂ ਹੁਣ ਕੋਈ ਦੁਨਿਆਵੀ ਵੀ ਨੌਕਰ ਹੋਵੇ, ਮਾਲਕ ਜੋ ਆਖੇ ਤੇ ਉਹ ਨੌਕਰ ਕਹਿਣਾ ਨਾ ਮੰਨੇ ਤੇ ਉਹ ਕੱਢ ਕੇ ਉਹਨੂੰ ਬਾਹਰ ਮਾਰ। ਵੀ ਮੈਨੂੰ ਇਹੋ ਜਿਹੇ ਨੌਕਰ ਦੀ ਲੋੜ ਨਹੀਂ ਜਿਹਨੇ ਮੇਰਾ ਕਹਿਣਾ ਹੀ ਨਹੀਂ ਮੰਨਣਾ, ਰੱਖਿਆ ਤਾਂ ਮੈਂ ਤਾਂ ਹੈ। ਵੀ ਜਿਹੜਾ ਜੋ ਆਖੇ ਨੌਕਰ ਦਾ ਕੰਮ ਹੈ ਉਹਨੂੰ ਮੰਨਣਾ। ਹੁਣ ਇਸੇ ਤਰ੍ਹਾਂ ਹੀ ਫਿਰ ਉਹ ਗੁਰਮੁਖ ਕਹਿੰਦੇ ਵੀ ਮਾਲਕ ਦੀ ਜਿਹੜੀ ਨੌਕਰੀ ਚਾਕਰੀ ਆ ਉਹ ਔਖੀ ਆ, ਗਾਖੜੀ। ਬਈ ਦੇਖ ਲਓ, ਜੇ ਤੁਸੀਂ ਕਰ ਲਓਗੇ ਤੇ ਫਿਰ ਤੁਹਾਡੀ ਸਿਫਾਰਿਸ਼ ਕਰ ਦਿੰਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਜਦੋਂ ਆਪਾਂ ਨੂੰ ਕਹਿੰਦੇ ਵੀ ਔਖੀ ਗਾਖੜੀ ਹੈ, ਵੀ ਉਹਦੇ ਵਾਸਤੇ ਸਾਨੂੰ ਆਪਣਾ ਆਪਾਂ ਮਾਰਨਾ ਪੈਂਦਾ, ਆਪਣਾ ਜਿਹੜਾ ਭਾਵ ਉਹ ਛੱਡਣਾ ਪੈਂਦਾ। ਜੇ ਅਸੀਂ ਅੰਦਰੋਂ ਝੂਠੇ ਹਾਂ ਤੇ ਆਪਣਾ ਆਪ ਮਾਰਿਆ ਨਹੀਂ, ਤੇ ਫਿਰ ਅਸੀਂ ਉਹਦੀ ਨੌਕਰੀ, ਉਹਦੀ ਚਾਕਰੀ ਨਹੀਂ ਕਰ ਸਕਦੇ। ਕਿਉਂਕਿ ਉਹਦੀ ਜਿਹੜੀ ਕਸਵੱਟੀ ਰਾਮ ਦੀ, ਉਹਦੇ ਤੇ ਝੂਠਾ ਟਿਕ ਨਹੀਂ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਈ। ਵੀ ਉਹਦੀ ਜਿਹੜੀ ਕਸਵੱਟੀ, ਕਿਉਂਕਿ ਜਿਵੇਂ ਮਾਲਕ ਨੇ ਜਦੋਂ ਨੌਕਰ ਰੱਖਣਾ ਉਹ ਪਹਿਲਾਂ ਪਰਖ ਤਾਂ ਕਰਦਾ ਹੀ ਹੈ, ਕਸਵੱਟੀ ਲਾਉਂਦਾ ਵੀ ਇਹ ਕੰਮ ਕਰੇਗਾ ਵੀ ਕਿ ਨਹੀਂ, ਵੀ ਇਹ ਹੁਕਮ ਦੇ ਵਿੱਚ ਆਏਗਾ ਵੀ ਕਿ ਨਹੀਂ ਆਏਗਾ। ਔਰ ਉਹਦੇ ਵਾਸਤੇ ਫਿਰ ਸਾਨੂੰ ਤਿਆਰੀ ਕਰਨੀ ਪੈਂਦੀ। ਜਿਵੇਂ ਸੰਸਾਰੀ ਵੀ ਆਪਾਂ ਦੇਖਦੇ, ਕਈ ਨੌਕਰੀਆਂ ਐਸੀਆਂ ਬਈ ਜੇ ਜੀਵ ਨੇ ਉਹ ਨੌਕਰੀ ਲੈਣੀ ਹੋਵੇ ਸਰਕਾਰੀ, ਤੇ ਉਹਦੇ ਵਾਸਤੇ ਉਹਨੂੰ ਬਹੁਤ ਮਿਹਨਤ ਕਰਨੀ ਪੈਂਦੀ, ਦਿਨ ਰਾਤ ਉਹਨੂੰ ਇੱਕ ਕਰਨਾ ਪੈਂਦਾ। ਫਿਰ ਉਹ ਜੇ ਕਾਬਲ ਹੁੰਦਾ, ਫਿਰ ਉਹਦੀ ਪਰਖ ਕੀਤੀ ਜਾਂਦੀ, ਤੇ ਫਿਰ ਉਹਨੂੰ ਜਾ ਕੇ ਕਿਤੇ ਉਹ ਨੌਕਰੀ ਮਿਲਦੀ। ਹੁਣ ਜੇ ਅਸੀਂ ਚਾਹੁੰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦੀ ਨੌਕਰੀ ਕਰਨੀ, ਤੇ ਉਹ ਇਹ ਨਹੀਂ ਹੈ ਬਈ ਅਸੀਂ ਉੱਦਾਂ ਹੀ ਉਹਦੀ ਨੌਕਰੀ 'ਤੇ ਲੱਗ ਜਾਂਗੇ। ਉਹਦੇ ਵਾਸਤੇ ਸਾਨੂੰ ਬੜੀ ਤਿਆਰੀ ਕਰਨੀ ਪੈਂਦੀ, ਉਹਦੇ ਵਾਸਤੇ ਸਾਨੂੰ ਬੜੀ ਮਿਹਨਤ ਅਤੇ ਅਭਿਆਸ ਕਰਨਾ ਪੈਂਦਾ। ਜਿਹੜਾ ਹੁਣ ਇਹ ਆਪਾਂ ਸਿਮਰਨ ਕਰਦੇ ਹਾਂ, ਇਹ ਅਸੀਂ ਤਿਆਰੀ ਕਰਦੇ ਹਾਂ। ਜਿਹੜਾ ਸੰਗਤ ਕਰਦੇ ਹਾਂ, ਤਿਆਰੀ ਕਰਦੇ। ਚਾਕਰ ਤਾਂ ਉਹਦੇ ਉਦੋਂ ਬਣਨਾ ਜਦੋਂ ਅਸੀਂ ਆਪਦੇ ਘਰ ਚਲੇ ਗਏ, ਜਦੋਂ ਅਸੀਂ ਸਹਿਜ ਵਿੱਚ ਚਲੇ ਗਏ। ਫਿਰ ਆਪਣੀ ਜਿਹੜੀ ਭਗਤੀ ਉਹ ਸ਼ੁਰੂ ਹੁੰਦੀ ਚੌਥੇ ਪਾਤੋਂ ਜਾ ਕੇ ਨਾਮ 'ਚ। ਮਹਾਰਾਜ ਇਸ ਲਈ ਫਰਮਾਉਂਦੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਹੁਣ ਪਹਿਲਾਂ ਸਾਨੂੰ ਸਮਝਾਉਂਦੇ ਵੀ ਅਸੀਂ ਸੰਤਾਂ ਦੀ ਸੇਵਾ ਕਰਨੀ। ਜਿਹੜੇ ਮਾਲਕ ਦੇ ਨੌਕਰ ਚਾਕਰ, ਸੰਤਾਂ ਨੂੰ ਚਾਕਰ ਆਖੇ, ਸੰਤਾਂ ਨੂੰ ਨੌਕਰ ਆਖੇ, ਜਿਹਨੂੰ ਮਹਾਰਾਜ ਕਹਿੰਦੇ ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਵੀ ਅਸੀਂ ਗੋਬਿੰਦ ਪਰਮਾਤਮਾ ਦੇ ਚਾਕਰ। ਤੇ ਚਾਕਰ ਕਹਿੰਦੇ ਵੀ ਜਿਹੜਾ ਸੰਤ, ਉਹਨੂੰ ਚਾਕਰ ਕਹਿੰਦੇ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਪਰਮਾਤਮਾ ਨੂੰ ਮਿਲਾਪ ਦੀ ਕੋਈ ਗੱਲ ਪੁੱਛਣੀ, ਜੇ ਤੁਸੀਂ ਉਹਦੀ ਸੇਵਾ 'ਤੇ ਲੱਗਣਾ, ਤੇ ਫਿਰ ਤੁਸੀਂ ਉਹਦੇ ਨੌਕਰਾਂ ਤੋਂ ਪੁੱਛੋ ਪਹਿਲਾਂ ਵੀ ਜਿਹੜੇ ਮਾਲਕ ਦੇ ਨੌਕਰ ਚਾਕਰ, ਉਹਨੂੰ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੈ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਵੀ ਕੋਈ ਨੌਕਰ ਹੁੰਦਾ, ਉਹਨੂੰ ਮਾਲਕ ਦੇ ਘਰ ਦੇ ਵਿੱਚ ਆਉਣ ਜਾਣ ਦੀ ਖੁੱਲ੍ਹ ਹੁੰਦੀ। ਹੁਣ ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਦੇ ਚਾਕਰ, ਉਹਨਾਂ ਨੂੰ ਖੁੱਲ੍ਹ ਹੈ। ਜਦੋਂ ਮਰਜ਼ੀ ਉਹ ਪਰਲੋਕ ਨੂੰ ਚਲੇ ਜਾਣ, ਜਦੋਂ ਮਰਜ਼ੀ ਇਸ ਲੋਕ 'ਚ ਆ ਜਾਣ, ਜਦੋਂ ਮਰਜ਼ੀ ਘਰ ਚਲੇ ਜਾਣ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਪੁੱਛਣਾ ਘਰ ਦੀ ਗੱਲ, ਤੇ ਫਿਰ ਮੇਰੇ ਇਹਨਾਂ ਨੌਕਰਾਂ ਤੋਂ, ਇਹਨਾਂ ਚਾਕਰਾਂ ਤੋਂ, ਉਹਨਾਂ ਨੂੰ ਪਦਾਊ ਵੀ ਆਖੇ ਚਾਕਰਾਂ ਨੂੰ, ਵੀ ਉਹਨਾਂ ਤੋਂ ਪੁੱਛ ਲਓ। ਮਾਰੇ ਫਰਮਾਉਂਦੇ, ਪੁੱਛੋ ਜਾਏ ਪਦਾਊਆਂ, ਚੱਲੇ ਚਾਕਰ ਹੋਏ
ਰਾਜ ਨਾ ਜਾਣਨ ਆਪਣਾ ਦਰ ਘਰ ਠਾਕ ਨਾ ਹੋਈ। ਬਈ ਉਹਨਾਂ ਨੂੰ ਦਰ ਘਰ ਸਦਾ ਆਉਣ ਜਾਣ ਦੀ ਖੁੱਲ੍ਹ ਹੈ, ਵੀ ਉਹ ਆਉਂਦੇ ਜਾਂਦੇ ਘਰ ਦੇ ਵਿੱਚ, ਤੁਸੀਂ ਉਹਨਾਂ ਤੋਂ ਪੁੱਛ ਲਓ। ਹੁਣ ਜਦੋਂ ਫਿਰ ਆਪਾਂ ਉਹਦੇ ਚਾਕਰਾਂ ਦਾ ਸੰਗ ਕਰਦੇ, ਉਹ ਫਿਰ ਸਾਨੂੰ ਘਰ ਦੀ ਗੱਲ ਦੱਸਦੇ, ਉਹ ਸਾਨੂੰ ਅਕਥ ਕਹਾਣੀ ਸੁਣਾਉਂਦੇ ਬਈ ਕਿਵੇਂ ਅਸੀਂ ਪਰਮਾਤਮਾ ਵਾਹਿਗੁਰੂ ਨੂੰ ਮਿਲ ਸਕਦੇ, ਕਿਵੇਂ ਅਸੀਂ ਉਹਦੇ ਨੌਕਰ, ਉਹਦੇ ਚਾਕਰ ਬਣ ਸਕਦੇ। ਫਿਰ ਉਹਨੂੰ ਕਹਿੰਦੇ ਅਕਥ ਕਹਾਣੀ, ਅਕਥ ਕਥਾ। ਉਹ ਮਾਰੇ ਹੀ ਫਰਮਾਉਂਦੇ ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਵੀ ਕਿਵੇਂ ਅਸੀਂ ਮਾਲਕ ਨੂੰ ਮਿਲਣਾ, ਕਿਵੇਂ ਅਸੀਂ ਘਰ ਜਾਣਾ, ਇਹ ਸਾਨੂੰ ਉਹਦੇ ਨੌਕਰਾਂ ਨੇ, ਉਹਦੇ ਚਾਕਰਾਂ ਨੇ ਦੱਸਣਾ। ਹੁਣ ਪਹਿਲਾਂ ਫਿਰ ਸਾਨੂੰ ਉਹਦੇ ਨੌਕਰਾਂ ਦੀ ਸੇਵਾ ਕਰਨੀ ਪੈਂਦੀ। ਵੀ ਜਦੋਂ ਅਸੀਂ ਉਹਦੇ ਜਿਹੜੇ ਨੌਕਰ ਚਾਕਰ, ਉਹਨਾਂ ਦੀ ਸੇਵਾ ਕਰਾਂਗੇ, ਫਿਰ ਉਹ ਸਾਡੀ ਅੱਗੇ ਸਿਫਾਰਿਸ਼ ਕਰਨਗੇ। ਜਦੋਂ ਉਹਨਾਂ ਨੂੰ ਸਾਡੇ 'ਤੇ ਭਰੋਸਾ ਆ ਗਿਆ, ਸਾਡੇ 'ਤੇ ਪ੍ਰਤੀਤ ਆ ਗਈ। ਹੁਣ ਸੰਤਾਂ ਦੀ ਫਿਰ ਸੇਵਾ ਕੀ ਅਤੇ ਉਹ ਕਿਵੇਂ ਸੇਵਾ ਕੀਤੀ ਜਾਂਦੀ। ਸੰਤਾਂ ਦੀ ਸੇਵਾ ਹੁੰਦੀ ਹੈ ਸਿਮਰਨ ਕਰਨ, ਜਿਹੜਾ ਇਹ ਆਪਸ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇਹ ਸੰਤਾਂ ਦੀ ਸੇਵਾ ਹੈ। ਜਦੋਂ ਅਸੀਂ ਲਗਾਤਾਰ ਅਭਿਆਸ ਕਰਦੇ ਹਾਂ, ਉਹਨਾਂ ਨੂੰ ਸਾਡੇ 'ਤੇ ਪ੍ਰਤੀਤ ਭਰੋਸਾ ਆ ਜਾਂਦਾ। ਫਿਰ ਮਾਲਕ ਨੇ ਕੁਝ ਪੂੰਜੀ ਦਿੱਤੀ ਹੁੰਦੀ ਉਹਨਾਂ ਨੂੰ, ਅਨਹਦ ਬਾਣੀ ਦੀ, ਉਹਨਾਂ ਦੇ ਕੋਲ ਕੁੰਜੀ, ਉਹ ਫਿਰ ਕੁੰਜੀ ਲਾਉਂਦੇ ਅਤੇ ਉਹ ਸਾਡਾ ਦਰ ਖੁੱਲ੍ਹ ਜਾਂਦਾ। ਸਾਨੂੰ ਅਨਹਦ ਬਾਣੀ ਜਿਹੜੀ ਉਹ ਅੰਦਰੋਂ ਸੁਣਨੀ ਸ਼ੁਰੂ ਹੋ ਜਾਂਦੀ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਪਹਿਲਾਂ ਅਸੀਂ ਜਿਹੜੇ ਸੰਤ, ਉਹਨਾਂ ਦੀ ਸੇਵਾ ਕਰਨੀ, ਅਤੇ ਉਹਨਾਂ ਦੀ ਸੇਵਾ ਕੀ ਫਰਮਾਉਂਦੇ ਨੇ, ਸੰਤ ਕੀ ਸੇਵਾ ਨਾਮ ਤੇ ਆਈਏ। ਵੀ ਸੰਤਾਂ ਦੀ ਸੇਵਾ ਪਰਮਾਤਮਾ ਦਾ ਸਿਮਰਨ ਕਰਨਾ। ਫਿਰ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ, ਸਿਮਰਨ ਕਰਦੇ ਹਾਂ, ਅਤੇ ਉਹਨਾਂ ਕੋਲ ਜਿਹੜੀ ਕੁੰਜੀ ਹੁੰਦੀ, ਜੋ ਅਕਾਲ ਪੁਰਖ ਵਾਹਿਗੁਰੂ ਨੇ ਸੌਂਪੀ ਹੈ ਉਹਨਾਂ ਨੂੰ, ਜਿਹੜੇ ਉਹਦੇ ਨੌਕਰ, ਉਹਦੇ ਚਾਕਰ ਨੇ, ਉਹ ਖੁਸ਼ ਹੋ ਕੇ ਉਹ ਚਾਬੀ ਉਹਨਾਂ ਨੂੰ ਦੇ ਦਿੰਦੇ। ਮਾਰੇ ਫਰਮਾਉਂਦੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਵੀ ਸੰਤਾਂ ਦੇ ਹੱਥ 'ਤੇ ਉਹ ਕੁੰਜੀ ਰੱਖੀ ਮਾਲਕ, ਬਈ ਉਹਨਾਂ ਨੂੰ ਉਹ ਕੁੰਜੀ ਸੌਂਪ ਦਿੱਤੀ ਪਰਮਾਤਮਾ ਨੇ। ਵੀ ਜਿਵੇਂ ਮਾਲਕ ਨੂੰ ਨੌਕਰ 'ਤੇ ਭਰੋਸਾ ਆ ਜਾਂਦਾ, ਜਦੋਂ ਉਹ ਭਰੋਸਾ ਕਰਦਾ, ਉਹਨੂੰ ਕੁੰਜੀ ਦੇ ਦਿੰਦਾ, ਆਪਦੇ ਘਰ ਦੀ ਵੀ ਕੁੰਜੀ ਦੇ ਦਿੰਦਾ। ਵੀ ਹੱਲ ਵੀ ਮੈਨੂੰ ਹੁਣ ਤੇਰੇ 'ਤੇ ਪੂਰੀ ਪ੍ਰਤੀਤ ਹੈ, ਤੇਰੇ 'ਤੇ ਭਰੋਸਾ ਹੈ। ਜਿਹਦੇ 'ਤੇ ਮਾਲਕ ਭਰੋਸਾ ਨਹੀਂ ਕਰਦਾ, ਉਹਨੂੰ ਕੁੰਜੀ ਨਹੀਂ ਸੌਂਪਦਾ। ਹੁਣ ਭਰੋਸਾ ਉਹਨਾਂ 'ਤੇ ਕਰਦਾ ਵੀ ਜਿਹੜੇ ਵੀ ਮਾਲਕ ਦੇ ਨੌਕਰ ਚਾਕਰ, ਜਿਹੜੇ ਸਹਿਜ ਦੇ ਵਿੱਚ ਅਤੇ ਜਿਹੜੇ ਹਰ ਸਮੇਂ ਸੇਵਾ 'ਤੇ ਹਾਜ਼ਰ ਰਹਿੰਦੇ, ਜਿਹੜੇ ਹਰ ਸਮੇਂ ਹੁਕਮ ਮੰਨਦੇ, ਉਹਨਾਂ ਨੂੰ ਫਿਰ ਮਾਲਕ ਨੇ ਉਹ ਕੁੰਜੀ ਦੇ ਦਿੱਤੀ ਵੀ ਆਹ ਤੁਹਾਡੇ ਹੱਥ ਹੈ। ਜਿਹੜਾ ਵੀ ਆਉਣਾ ਚਾਹੁੰਦਾ ਘਰ, ਵੀ ਆਹ ਅਨਹਦ ਬਾਣੀ ਤੱਕ ਤੁਹਾਨੂੰ ਅਖਤਿਆਰ ਹੈ, ਤੁਸੀਂ ਇੱਥੇ ਤੱਕ ਲੈ ਕੇ ਆ ਸਕਦੇ। ਔਰ ਉਹ ਫਿਰ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ, ਉਹਨਾਂ ਦਾ ਵਚਨ ਮੰਨਦੇ ਹਾਂ, ਫਿਰ ਉਹਨਾਂ ਨੂੰ ਸਾਡੇ 'ਤੇ ਪ੍ਰਤੀਤ ਆ ਜਾਂਦੀ, ਅਤੇ ਉਹ ਸਾਨੂੰ ਉੱਥੇ ਤੱਕ ਲੈ ਜਾਂਦੇ, ਅਨਹਦ ਬਾਣੀ ਤੱਕ। ਜਦੋਂ ਅਨਹਦ ਬਾਣੀ ਸਾਡੇ ਅੰਦਰ ਪ੍ਰਗਟ ਹੋ ਜਾਂਦੀ, ਉਹਦੀ ਨਿਸ਼ਾਨੀ ਕੀ, ਫਿਰ ਆਪਣੇ ਅੰਦਰ ਆਵਾਜ਼ਾਂ ਸਾਨੂੰ ਸੁਣਨੀਆਂ ਸ਼ੁਰੂ ਹੋ ਜਾਂਦੀ। ਜਿਵੇਂ ਅਨਹਦ ਆਵਾਜ਼ੇ ਸਾਡੇ ਅੰਦਰ ਵੱਜਣੇ ਸ਼ੁਰੂ ਹੋ ਜਾਂਦੀ। ਜਿਵੇਂ ਆਪਾਂ ਬਾਹਰੀ ਦੇਖਦੇ ਹਾਂ, ਕਈ ਜਿਵੇਂ ਚਿੜੀਆਂ ਚੀਂ ਕਰਦੀਆਂ, ਉੱਦਾਂ ਦੀ ਆਵਾਜ਼ ਆਪਾਂ ਨੂੰ ਅੰਦਰੋਂ ਸੁਣੇਗੀ। ਜਾਂ ਕਈ ਵਾਰ ਆਪਾਂ ਦੇਖਦੇ ਵੀ ਜਿਹੜਾ ਬੀਂਡਾ ਹੁੰਦਾ ਉਹ ਬੋਲਦਾ, ਉਹ ਜਿਹੀ ਆਵਾਜ਼ ਆਪਾਂ ਨੂੰ ਅੰਦਰੋਂ ਸੁਣਨੀ ਸ਼ੁਰੂ ਹੋ ਜਾਂਦੀ। ਜਾਂ ਜਿਵੇਂ ਰਾਤ ਨੂੰ ਆਪਾਂ ਕਹਿੰਦੇ ਵੀ ਸੁੰਨ ਸਰਾਂ ਸਾਂ ਸਾਂ ਦੀ ਆਵਾਜ਼, ਉੱਦਾਂ ਦੀਆਂ ਆਵਾਜ਼ਾਂ ਆਪਾਂ ਨੂੰ ਅੰਦਰੋਂ ਹੀ ਸੁਣਨੀਆਂ ਸ਼ੁਰੂ ਹੋ ਜਾਂਦੀ। ਹੋਰ ਵੀ ਬਹੁਤ ਸਾਰੇ ਸ਼ਬਦ ਸਾਨੂੰ ਅੰਦਰੋਂ ਸੁਣਨੇ ਸ਼ੁਰੂ ਹੋ ਜਾਂਦੇ। ਜਦੋਂ ਲਗਾਤਾਰ ਇਹ ਸ਼ਬਦ ਸੁਣਦੇ, ਉਹਨੂੰ ਫਿਰ ਕਹਿੰਦੇ ਅਨਹਦ ਬਾਣੀ। ਜਦੋਂ ਇਹ ਅਨਹਦ ਬਾਣੀ ਸਾਡੇ ਅੰਦਰ ਪ੍ਰਗਟ ਹੋ ਜਾਂਦੀ, ਫਿਰ ਉਦੋਂ ਸਾਡਾ ਮਨ ਜਿਹੜਾ ਮਾਨਸ ਤੋਂ ਇਹ ਦੇਵਤਾ ਬਣ ਜਾਂਦਾ।
ਜਿੱਥੇ ਅਨਹਦ ਬਾਣੀ ਚੱਲਦੀ ਉੱਥੇ ਜਿਹੜੇ ਦੇਵੀ ਦੇਵਤੇ ਉਹਨਾਂ ਦੇ ਮਨ ਦਾ ਵਾਸਾ ਹੁੰਦਾ। ਮਾਰੇ ਫਰਮਾਉਂਦੇ ਦੇਵ ਸਥਾਨੇ ਕਿਆ ਨਿਸ਼ਾਨੀ ਤੇ ਵਾਜੀ ਸ਼ਬਦ ਅਨਾਹਦ ਬਾਣੀ। ਵੀ ਜਿੱਥੇ ਅਨਹਦ ਬਾਣੀ ਚੱਲਦੀ ਉੱਥੇ ਦੇਵ ਲੋਕ ਦੇਵੀ ਦੇਵਤਿਆਂ ਦਾ ਵਸ। ਉਦੋਂ ਫਿਰ ਸਾਡਾ ਮਨ ਜਿਹੜਾ ਇਹ ਮਾਨਸ ਤੋਂ ਦੇਵਤਾ ਬਣ ਜਾਂਦਾ, ਬਣਦਾ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਮੱਤ ਲੈ ਕੇ ਸਤ ਸੰਗਤ ਕਰਕੇ। ਮਹਾਰਾਜ ਤਾਈਓ ਫਰਮਾਉਂਦੇ ਬਲਿਹਾਰੀ ਗੁਰ ਆਪਣੀ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਬਈ ਗੁਰੂ ਦੀ ਮੱਤ ਲੈ ਕੇ ਸਤ ਸੰਗਤ ਕਰਕੇ, ਸੰਤਾਂ ਦਾ ਸੰਗ ਕਰਕੇ ਸਾਡਾ ਜਿਹੜਾ ਮਨ ਮਾਨਸ ਤੋਂ ਦੇਵਤਾ ਬਣ ਗਿਆ। ਫਿਰ ਜਦੋਂ ਇਹ ਦੇਵਤਾ ਬਣ ਜਾਂਦਾ ਫਿਰ ਉਸ ਤੋਂ ਅੱਗੇ ਇਹਨੇ ਦੇਵਤੇ ਤੋਂ ਪਰਮਹੰਸ ਬਣਨਾ। ਜਿਵੇਂ ਹੰਸ ਇੱਕ ਪੰਛੀ ਹੈ, ਹੁਣ ਉਹ ਹੰਸ ਦੇ ਵਿੱਚ ਇੱਕ ਕਲਾ ਹੈ, ਉਹਦੇ ਕੋਲ ਗੁਰ ਹੈ, ਉਹਨੂੰ ਹੁਨਰ ਕਹਿੰਦੇ, ਜੁਗਤੀ ਤਰੀਕਾ। ਬਈ ਜੇ ਆਪਾਂ ਹੰਸ ਦੇ ਅੱਗੇ ਦੁੱਧ ਦੇ ਵਿੱਚ ਪਾਣੀ ਪਾ ਕੇ ਰੱਖ ਦਈਏ ਭਾਂਡੇ ਵਿੱਚ, ਉਹ ਦੁੱਧ ਅਤੇ ਪਾਣੀ ਨੂੰ ਅੱਡੋ ਅੱਡ ਕਰ ਦਿੰਦਾ। ਜਿਹੜਾ ਦੁੱਧ ਹੈ ਉਹ ਪੀ ਲੇਗਾ ਅਤੇ ਪਾਣੀ ਨੂੰ ਛੱਡ ਦੇਗਾ। ਉਹਦੇ ਕੋਲ ਉਹ ਜੁਗਤੀ ਹੈ, ਤਰੀਕਾ, ਉਹਨੂੰ ਗੁਰ ਕਹਿੰਦੇ, ਹੁਨਰ ਹੈ। ਹੁਣ ਆਪਣੇ ਮਨ ਨੂੰ ਪਰਮਹੰਸ ਆਖੀ, ਉਹਦਾ ਗੱਲ ਆ ਹੰਸ ਹੈ, ਮਨ ਨੂੰ ਪਰਮਹੰਸ ਕਹਿੰਦੇ। ਹੁਣ ਇਹ ਪਰਮਹੰਸ ਉਦੋਂ ਬਣਦਾ ਜਦੋਂ ਹੁਣ ਇਹ ਮਾਇਆ ਅਤੇ ਬ੍ਰਹਮ, ਮਾਇਆ ਅਤੇ ਪਰਮਾਤਮਾ ਵਾਹਿਗੁਰੂ, ਇਹ ਆਪਸ ਵਿੱਚ ਰਮੇ ਹੋਏ ਨੇ, ਆਪਸ ਵਿੱਚ ਇਕੱਠੇ ਨੇ। ਜਿਵੇਂ ਹੁਣ ਇਹ ਸਰੀਰ ਹੈ, ਇਹਨੂੰ ਮਾਇਆ ਕਹਿੰਦੇ। ਹੁਣ ਇਹਦੇ ਵਿੱਚ ਮਾਲਕ ਦੀ ਜੋਤ ਵੀ ਹੈ। ਹੁਣ ਸਾਨੂੰ ਮਾਇਆ ਤਾਂ ਦੀਂਦੀ, ਇਹ ਸਰੀਰ ਤਾਂ ਦੀਂਦਾ, ਪਰ ਸਾਨੂੰ ਉਹਦੀ ਜੋਤ ਨਹੀਂ ਦਿਸਦੀ, ਕਿਉਂਕਿ ਅਸੀਂ ਪਰਮਹੰਸ। ਜਦੋਂ ਅਸੀਂ ਪਰਮਹੰਸ ਬਣ ਗਏ ਫਿਰ ਅਸੀਂ ਉਹ ਜੋਤ ਨੂੰ ਦੇਖਾਂਗੇ। ਹੁਣ ਮਹਾਰਾਜ ਕਹਿੰਦੇ ਵੀ ਇਹ ਮਾਇਆ ਅਤੇ ਬ੍ਰਹਮ ਇਸ ਤਰ੍ਹਾਂ ਆਪਸ ਵਿੱਚ ਇਕੱਠੇ ਨੇ ਵੀ ਜਿਵੇਂ ਦੁੱਧ ਦੇ ਵਿੱਚ ਘਿਓ ਹੁੰਦਾ। ਹੁਣ ਦੁੱਧ ਦੇ ਵਿੱਚੋਂ ਜੇ ਅਸੀਂ ਘਿਓ ਕੱਢਣਾ ਹੋਵੇ, ਅਲੱਗ ਕਰਨਾ ਹੋਵੇ, ਉਹਦੇ ਵਾਸਤੇ ਵੀ ਜੁਗਤੀ ਹੈ, ਤਰੀਕਾ ਹੈ। ਉਹਨੂੰ ਗੁਰ, ਉਹਨੂੰ ਹੁਨਰ ਕਹਿੰਦੇ ਵੀ। ਉਹ ਜੇ ਅਸੀਂ ਗੁਰ ਤਰੀਕਾ ਜੁਗਤੀ ਵਰਤਾਂਗੇ ਫਿਰ ਆਪਾਂ ਦੁੱਧ ਦੇ ਵਿੱਚੋਂ ਘਿਓ ਕੱਢ ਲੈਂਦੇ, ਵੱਖਰਾ ਕਰ ਲੈਂਦੇ। ਹੁਣ ਇਸੇ ਤਰ੍ਹਾਂ ਹੀ ਫਿਰ ਇਹ ਜੁਗਤੀ ਤਰੀਕਾ ਸਾਨੂੰ ਗੁਰੂ ਦੱਸ ਬਈ ਅਸੀਂ ਬ੍ਰਹਮ, ਇਹ ਮਾਇਆ ਨੂੰ ਕਿਵੇਂ ਅੱਡੋ ਅੱਡ ਕਰਨਾ। ਮਹਾਰਾਜ ਫਰਮਾਉਂਦੇ ਮਾਇਆ ਬ੍ਰਹਮ ਰਮੇ ਸਭ ਸੰਗ, ਜਿਉਂ ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਬਈ ਜਿੰਨੀ ਵੀ 84 ਲੱਖ ਜੂਨ ਹੈ, ਜੀਵ ਕੋਈ ਛੋਟਾ ਹੈ ਕੋਈ ਵੱਡਾ ਹੈ, ਸਭ ਦੇ ਵਿੱਚ ਮਾਲਕ ਦੀ ਜੋਤ। ਜਿੰਨੀ ਵੀ 84 ਲੱਖ ਜੂਨ, ਜੋ ਵੀ ਆਪਾਂ ਇਹ ਫਸਲ ਬਾੜੀਆਂ ਦਰਖਤ ਦੇਖਦੇ, ਸਭ ਦੇ ਅੰਦਰ ਮਾਲਕ ਦੀ ਜੋਤ। ਚਾਰਾਂ ਖਾਣੀਆਂ ਤੋਂ ਇਹ ਜੀਵ ਪੈਦਾ ਕੀਤੇ ਮਾਲਕ ਨੇ, ਕੁਝ ਆਂਡਿਆਂ ਤੋਂ, ਕੁਝ ਜੇਰ ਤੋਂ, ਕੁਝ ਸੇਤਜ ਪਸੀਨੇ ਤੋਂ, ਅਤੇ ਕੁਝ ਉਤਪਜ ਧਰਤੀ ਤੋਂ। ਹੁਣ ਇਹ ਸਾਰਿਆਂ ਦੇ ਵਿੱਚ ਜੋਤ ਮਾਲਕ ਦੀ ਹੋਈ। ਮਹਾਰਾਜ ਫਰਮਾਉਂਦੇ ਅੰਡਜ ਜੇਰਜ ਸੇਤਜ ਉਤਪਜ ਸਭ ਤੇਰੇ ਕੀਤੇ ਜਨਤਾ। ਏਕ ਪਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤ। ਬਈ ਇੱਕ ਐਸੀ ਅਚਰਜ ਖੇਡ ਵੀ ਤੂੰ ਸਭਨਾਂ ਦੇ ਵਿੱਚ ਹੀ ਰਮਿਆ ਹੋਈ। ਹੁਣ ਇਹ ਫਿਰ ਜੁਗਤੀ ਇਹ ਤਰੀਕਾ ਸਾਨੂੰ ਗੁਰੂ ਨੇ ਦੱਸਣਾ ਹੁੰਦਾ ਵੀ ਕਿਵੇਂ ਅਸੀਂ ਮਾਇਆ ਅਤੇ ਬ੍ਰਹਮ ਨੂੰ ਅੱਡੋ ਅੱਡ ਕਰ ਸਕਦੇ। ਹੁਣ ਜਦੋਂ ਅਸੀਂ ਇਹ ਸਿੱਖ ਲੈਂਦੇ ਫਿਰ ਉਦੋਂ ਸਾਡੇ ਮਨ ਨੂੰ ਕਹਿੰਦੇ ਇਹ ਪਰਮਹੰਸ ਹੈ। ਬਈ ਇਹ ਮਾਇਆ ਨੂੰ ਅਤੇ ਬ੍ਰਹਮ ਨੂੰ ਅੱਡੋ ਅੱਡ ਕਰ ਦਿੰਦੇ, ਬਈ ਇਹ ਬ੍ਰਹਮ ਨੂੰ ਦੇਖਦੇ ਅਤੇ ਮਾਇਆ ਨੂੰ ਪਾਸੇ ਕਰ ਦਿੰਦੇ। ਉਦੋਂ ਫਿਰ
ਆਪਾਂ ਨੂੰ ਪਰਮਹੰਸ ਕਹਿੰਦੇ, ਤੇ ਅਸੀਂ ਜਦੋਂ ਘਰੋਂ ਚੱਲੇ ਸੀ ਅਸੀਂ ਪਰਮਹੰਸੀ ਸੀ। ਸਤਿਯੁਗ ਦੇ ਵਿੱਚ ਆਪਾਂ ਨੂੰ ਪਰਮਹੰਸ ਕਿਹਾ ਜਾਂਦਾ ਸੀ। ਜਦੋਂ ਆਪਾਂ ਨੂੰ ਇਹ ਖੇਲ ਦੇ ਵਿੱਚ ਉਤਾਰਿਆ ਗਿਆ ਸੀ, ਮਹਾਰਾਜ ਕਹਿੰਦੇ ਮੇਰੇ ਬੱਚੇ ਤੇ ਪਰਮਹੰਸ ਨੇ। ਸਤਿਯੁਗ ਬੀਤ ਗਿਆ, ਅਸੀਂ ਘਰੇ ਨਾ ਗਏ। ਫਿਰ ਅੱਗੇ ਦੁਆਪਰ ਤ੍ਰੇਤਾ ਆ ਗਿਆ। ਫਿਰ ਉਹਦੇ ਵਿੱਚ ਸਾਨੂੰ ਤ੍ਰੇਤੇ ਦੇ ਮਾਨਸ ਕਹਿਣ ਲੱਗੇ, ਉਹ ਵੀ ਬੀਤ ਗਿਆ। ਅਸੀਂ ਫਿਰ ਨਾ ਮਾਲਕ ਨਾਲ ਮਿਲਾਪ ਕੀਤਾ, ਫਿਰ ਨਾ ਸਿੱਖਿਆ। ਫਿਰ ਉਹ ਵੀ ਬੀਤ ਗਿਆ। ਅੱਗੇ ਦੁਆਪਰ ਆ ਗਿਆ, ਸਾਡੇ ਅੰਦਰ ਹਉਮੈ ਆ ਗਈ, ਹੰਕਾਰ ਆ ਗਿਆ। ਅਸੀਂ ਫਿਰ ਨਾ ਆਪਣੇ ਆਪੇ ਦੀ ਪਹਿਚਾਣ ਕਰ ਸਕੇ। ਫਿਰ ਉਹ ਵੀ ਬੀਤ ਗਿਆ, ਤੇ ਹੁਣ ਇਹ ਕਲਯੁਗ ਆ ਗਏ, ਚੌਥਾ ਯੁੱਗ। ਹੁਣ ਕਲਯੁਗ ਦੇ ਵਿੱਚ ਆ ਕੇ ਮਨ ਨੇ ਪ੍ਰੇਤ ਰੂਪ ਧਾਰਨ ਕਰ ਲਿਆ। ਪਹਿਲਾਂ ਪਰਮਹੰਸ ਸੀ, ਫਿਰ ਮਾਨਸ ਬਣਿਆ, ਤੇ ਫਿਰ ਪ੍ਰੇਤ ਬਣ ਗਈ। ਹੁਣ ਮਹਾਰਾਜ ਕਹਿੰਦੇ ਵੀ ਕਿਹੜੇ ਮਨ ਪ੍ਰੇਤ ਕਲਯੁਗ ਦੇ ਵਿੱਚ? ਕਹਿੰਦੇ ਉਹ ਮਨ ਪ੍ਰੇਤ ਜਿਨ੍ਹਾਂ ਨੇ ਪਰਮਾਤਮਾ ਦੀ ਪਹਿਚਾਣ ਨਹੀਂ ਕੀਤੀ, ਜਿਨ੍ਹਾਂ ਨੇ ਬ੍ਰਹਮ ਦੀ ਪਹਿਚਾਣ ਨਹੀਂ ਕੀਤੀ। ਹੁਣ ਆਪਣੇ ਮਨ ਨੂੰ ਕਹਿੰਦੇ ਵੀ ਤੂੰ ਹੁਣ ਪਹਿਚਾਣ ਕਰ ਵੀ ਤੂੰ ਕੌਣ ਹੈ, ਵੀ ਤੂੰ ਪਰਮਹੰਸ ਹੈ, ਤੂੰ ਮਾਨਸ ਹੈ, ਕਿ ਜਾਂ ਤੂੰ ਪ੍ਰੇਤ ਬਣਿਆ ਹੋਇਆ। ਮਹਾਰਾਜ ਫਰਮਾਉਂਦੇ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੇ ਵਿਰਲੇ ਹਉਮੈ ਮਾਰੀ। ਸਤਿਗੁਰੂ ਕਹਿੰਦੇ ਵੀ ਸਤਿਯੁਗ ਦੇ ਵਿੱਚ ਪਰਮਹੰਸ ਸੀ, ਦੁਆਪਰ ਤ੍ਰੇਤੇ 'ਚ ਮਾਨਸ ਸੀ, ਤੇ ਹਉਮੈ ਆ ਗਈ, ਪਰ ਵਿਰਲੇ ਕਿਸੇ ਨੇ ਹਉਮੈ ਮਾਰੀ। ਹੁਣ ਕਲਯੁਗ ਦੇ ਵਿੱਚ ਆ ਕੇ ਕਹਿੰਦੇ ਇਹਨੇ ਪ੍ਰੇਤ ਰੂਪ ਧਾਰਨ ਕਰ ਲਿਆ, ਪ੍ਰੇਤ ਬਣ ਗਏ। ਮਨ ਸੀ ਜਿਹੜਾ, ਹੁਣ ਜਿਹੜਾ ਮਨ ਪ੍ਰੇਤ ਬਣ ਗਿਆ ਉਹਦੀ ਫਿਰ ਨਿਸ਼ਾਨੀ ਕੀ, ਉਹਦੇ ਲੱਛਣ ਕੀ ਨੇ? ਸਤਿਗੁਰੂ ਕਹਿੰਦੇ ਉਹ ਮਨ ਪ੍ਰੇਤ ਨੇ ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਪੈ ਗਿਆ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪੈ ਗਿਆ। ਬਈ ਮਾਇਆ ਦੇ ਨਾਲ ਤਾਂ ਪਿਆਰ ਕਰੀ ਜਾਂਦੇ, ਸਰੀਰ ਦੇ ਜਿਹੜਾ ਇਹਦੇ ਅੰਦਰ ਵੱਸਦਾ ਉਹਦੀ ਪਹਿਚਾਣ ਭੁੱਲ ਗਈ, ਉਹਦੇ ਨਾਲ ਪਿਆਰ ਕਰਦੇ ਹੀ ਨਹੀਂ, ਉਹਦਾ ਭੇਤ ਹੀ ਨਹੀਂ। ਹੁਣ ਇਹ ਮਾਇਆ ਦਾ ਪਿਆਰ, ਮਾਇਆ ਦਾ ਮੋਹ ਸਾਡੇ ਮਨ ਨੂੰ ਪ੍ਰੀਤ ਬਣਾ ਦਿੰਦਾ। ਮਹਾਰਾਜ ਫਰਮਾਉਂਦੇ ਮਾਇਆ ਮੋਹ ਪ੍ਰੀਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਵੀ ਇਹ ਫਿਰ ਜਦੋਂ ਮਨ ਪ੍ਰੀਤ ਬਣ ਜਾਂਦਾ, ਫਿਰ ਇਹ ਜਮ ਇਹਨੂੰ ਆਪਦੇ ਮਾਰਗ 'ਤੇ ਲਿਜਾ ਕੇ ਫਿਰ ਇਹਨੂੰ ਕੁੱਟਦੇ। ਫਿਰ ਇਹ ਦੁਖੀ ਹੁੰਦਾ ਤੇ ਇਹਦੀ ਕੋਈ ਕੂਕ ਪੁਕਾਰ ਨਹੀਂ ਸੁਣਤ। ਜਮ ਪਰ ਵੱਧੇ ਮਾਰੀਏ ਕੋ ਨਾ ਸੁਣੇ ਪੁਕਾਰਾ। ਫਿਰ ਇਹਦੀ ਕੋਈ ਕੂਕ ਪੁਕਾਰ ਨਹੀਂ ਸੁਣਦਾ, ਇਹਨੂੰ ਕੋਈ ਛਡਾਉਣ ਵਾਲਾ ਨਹੀਂ। ਹੁਣ ਇਹੋ ਹਾਲਤ ਸੰਸਾਰ 'ਚ ਜੀਵਾਂ ਦੀ ਆਪਾਂ ਦੇਖਦੇ ਹਾਂ। ਜਿਹੜਾ ਮਨ ਮਹਾਰਾਜ ਕਹਿੰਦੇ ਪ੍ਰੇਤ ਬਣ ਗਿਆ, ਉਹ ਫਿਰ ਇਹ ਜਮਾਂ ਦੇ ਮਾਰਗ 'ਤੇ ਚੱਲਦਾ, ਵੈਰ ਵਿਰੋਧ ਵਾਲੇ ਰਸਤੇ 'ਤੇ, ਫਿਰ ਉਹ ਦੁਖੀ ਕਿੰਨਾ ਹੁੰਦਾ। ਫਿਰ ਉਹ ਦਿਨ ਰਾਤ ਕਲਪਦਾ, ਦਿਨ ਰਾਤ ਗੁੱਸੇ ਦੇ ਵਿੱਚ, ਹਉਮੈ ਹੰਕਾਰ ਦੇ ਵਿੱਚ, ਦੁਰਮਤ ਦੀ ਅਗਨ ਦੇ ਵਿੱਚ ਉਹ ਸੜਦਾ। ਜਿਹੜਾ ਮਨ ਪ੍ਰੇਤ ਬਣ ਗਿਆ ਉਹ ਫਿਰ ਦੁਖੀ ਬਹੁਤ ਜ਼ਿਆਦਾ ਹੁੰਦਾ। ਮਾਰੇ ਫਰਮਾਉਂਦੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ। ਵੀ ਜਿਹੜਾ ਮਨ ਪ੍ਰੇਤ ਬਣ ਗਿਆ ਉਹਨੇ ਦਿਨ ਰਾਤ ਦੁਖੀ ਹੋਈ ਜਾਣਾ। ਛੋਟੀ ਛੋਟੀ ਗੱਲ ਤੋਂ ਉਹਨੇ ਗੁੱਸਾ ਕਰੋਧੀ ਹੋ ਕੇ ਉਹਨੇ ਆਪ ਵੀ ਸੜੀ ਜਾਣਾ ਤੇ ਨਾਲ ਦੂਸਰਿਆਂ ਨੂੰ ਵੀ ਸਾੜੀ ਜਾਣਾ। ਇਹ ਜਿਹੜੇ ਮਨ ਪ੍ਰੇਤ ਬਣ ਗਏ ਉਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਮਹਾਰਾਜ। ਵੀ ਦੇਖਣ ਨੂੰ ਤਾਂ ਮਾਨਸ ਨੇ, ਪਰ ਬਣੇ ਉਹ ਪ੍ਰੇਤ ਹੋਏ ਨੇ। ਹੁਣ ਮਹਾਰਾਜ ਫਿਰ ਸਾਨੂੰ ਦੱਸਦੇ ਵੀ ਜੇ ਮਨ ਪ੍ਰੇਤ ਬਣ ਵੀ ਗਿਆ ਹੈ, ਇਹ ਪ੍ਰੇਤ ਬਣਿਆ ਹੋਇਆ ਮਨ ਵੀ ਇਹ ਪਰਮਹੰਸ ਬਣ ਸਕਦਾ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ। ਜੇ ਅਸੀਂ ਸਤ ਸੰਗਤ ਕਰੀਏ, ਜੇ ਅਸੀਂ ਸਿਮਰਨ ਕਰੀਏ, ਗੁਰੂ ਦਾ ਵਚਨ ਮੰਨੀਏ, ਫਿਰ ਇਹ ਪ੍ਰੇਤ ਤੋਂ ਪਰਮਹੰਸ ਤੱਕ ਜਾ ਸਕਦਾ। ਇਹ ਜਦੋਂ ਮਨ ਪ੍ਰੇਤ ਬਣਿਆ ਹੁੰਦਾ ਇਹਨੂੰ ਹੀ ਫਿਰ ਕਹਿੰਦੇ ਵੀ ਇਹਨੇ ਜਿਹੜੀ ਆਪਦੀ ਖੁਰਾਕ ਉਹ ਗੰਦਗੀ ਬਣਾ ਲਈ ਹੈ ਅਤੇ ਕਾਂ ਦੇ ਨਿਆਈ ਹੋ ਗਈ। ਵੀ ਕਾਲਾ ਸ਼ਾਹ ਹੋ ਗਿਆ,
ਤੇ ਕਾਂ ਵਾਂਗੂ ਫਿਰ ਉਹਦੀ ਜਿਹੜੀ ਬੋਲੀ, ਉਹ ਬੋਲੀ ਵੀ ਫਿਰ ਉਹਦੀ ਮਿੱਠੀ ਨਹੀਂ ਹੁੰਦੀ, ਕਿਉਂਕਿ ਉਹਨੇ ਫਿੱਕਾ ਬੋਲਣਾ ਤੇ ਉਹਦੀ ਖੁਰਾਕ ਵੀ ਨਿੰਦਿਆ, ਚੁਗਲੀ, ਵੈਰ ਵਿਰੋਧ, ਈਰਖਾ, ਨਫ਼ਰਤ, ਉਹਨੇ ਇਹ ਖੁਰਾਕ ਬਣਾ ਲਈ। ਹੁਣ ਸਤ ਸੰਗਤ ਨੂੰ ਸਤਸਰ ਸਰੋਵਰ ਕਹਿੰਦੇ। ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਅਤੇ ਅੰਮ੍ਰਿਤਸਰ ਦਾ ਨਾਮ ਦਿੰਦੇ। ਜੇ ਹੁਣ ਇੱਕ ਕਾਂ ਬਣਿਆ ਹੋਇਆ ਮਨ ਵੀ ਇਹ ਸਤ ਸੰਗਤ 'ਚ ਆ ਜੇ, ਸਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੇ ਤੇ ਉਹ ਕਾਂ ਤੋਂ ਹੰਸ ਬਣ ਸਕਦਾ। ਮਹਾਰਾਜ ਇੰਨੀ ਵਡਿਆਈ ਉਸਤਤ ਤੇ ਸਤ ਸੰਗਤ ਦੀ ਦੱਸਦੀ। ਫਰਮਾਉਂਦੇ ਅੰਮ੍ਰਿਤਸਰ ਸਤਿਗੁਰੂ ਸਤਿਵਾਦੀ, ਜਿਤ ਨਾਤੇ ਕਊਆ ਹੰਸ ਹੋਵੇ। ਬਈ ਇਹ ਸਤ ਸੰਗਤ ਦੀ ਮਹਿਮਾ, ਸਤ ਸੰਗਤ ਦੀ ਵਡਿਆਈ। ਜਿਹੜਾ ਵੀ ਜੀਵ ਕਰੇਗਾ, ਜਿਹੜਾ ਗੁਰੂ ਦੀ ਮੱਤ ਲੈ ਲੇਗਾ ਸਤ ਸੰਗਤ 'ਚ ਆ ਕੇ, ਉਹ ਕਾਂ ਤੋਂ ਉਹ ਪਰਮਹੰਸ ਬਣ ਜਾਏਗਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਮਹਿਮਾ ਕਰਦੇ ਸਤ ਸੰਗਤ 'ਚ। ਤਾਂਹੀਓ ਸਮਝਾਉਂਦੇ ਵੀ ਜਿਨ੍ਹਾਂ ਨੇ ਬਚਨ ਮੰਨਿਆ, ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ, ਉਹ ਤਰ ਜਾਂਦੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਵੀ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ ਉਹ ਤਰ ਗਏ, ਕਿਉਂਕਿ ਉਹਨਾਂ ਦਾ ਮਨ ਸੀ ਜਿਹੜਾ ਉਹ ਕਾਂ ਤੋਂ ਹੰਸ ਬਣ ਗਏ। ਹੁਣ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੋਈ ਨਹੀਂ, ਉਹ ਕਾਂ ਦੇ ਕਾਂ ਹੀ ਰਹਿ ਗਏ। ਉਹਨਾਂ ਨੇ ਨਾ ਭੇਦ ਲਿਆ ਤੇ ਉਹ ਵਾਪਸ ਫੇਰ ਜੂਨਾਂ ਦੇ ਵਿੱਚ ਮੁੜ ਜਾਂਦੇ, ਫੇਰ ਆਕਾਰਾਂ 'ਚ ਮੁੜ ਜਾਂਦੇ। ਫੇਰ ਪਤਾ ਨਹੀਂ ਦੁਬਾਰਾ ਸਾਨੂੰ ਕਦੋਂ ਮੌਕਾ ਮਿਲੇ, ਕਦੋਂ ਵਾਰੀ ਮਿਲੇ, ਕਿਉਂਕਿ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ ਸਾਨੂੰ ਕਈ ਯੁੱਗ ਲੰਘ ਜਾਂਦੇ। ਹੁਣ ਇਹ ਜਿਹੜਾ ਸਾਰਾ ਖੇਲ, ਇਹ ਧਿਆਨ ਦਾ ਖੇਲ ਚੱਲਦਾ। ਧਿਆਨ ਦੁਆਰਾ ਸਾਡੀ ਕਾਇਆ ਪਲਟਦੀ। ਜਿਹੜੇ ਜੀਵ ਹੁਣ ਨਹੀਂ ਸਤ ਸੰਗਤ ਕਰਦੇ, ਨਹੀਂ ਨਾਮ ਦੇ ਨਾਲ ਜੁੜਦੇ, ਨਹੀਂ ਨਾਮ ਦਾ ਭੇਤ ਲੈਂਦੇ, ਨਾਮ ਤੋਂ ਜਿਹੜਾ ਟੁੱਟਿਆ ਹੋਇਆ ਜੀਵ, ਉਹਨੂੰ ਤਸਕਰ ਕਹਿੰਦੇ, ਉਹਨੂੰ ਕਹਿੰਦੇ ਚੋਰ। ਹੁਣ ਜਿਹੜਾ ਚੋਰ ਮਨ ਹੈ, ਉਹਨੂੰ ਫਿਰ ਧਰਤੀ ਦੀ 50ਵੀਂ ਪੜਤ ਥੱਲੇ ਭੇਜ ਦਿੰਦੇ। ਇਹ ਧਰਤੀ ਦੇ ਕੋਟ ਨੇ। ਜਿਵੇਂ ਹੁਣ ਆਪਾਂ ਦੇਖਦੇ ਨਾ ਵੀ ਜਿਹੜੇ ਆ ਥੱਲੇ ਬੋਰ ਕਰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਆ ਕਿਹੜੀ ਪੜਤ ਆ ਗਈ, ਹੁਣ ਕਿਹੜਾ ਕੋਟ ਆ ਗਿਆ। ਹੁਣ ਮਹਾਰਾਜ ਕਹਿੰਦੇ ਵੀ ਕਿਹੜੇ ਕੋਟ ਥੱਲੇ ਭੇਜਦੇ, ਕਿਹੜੀ ਪੜਤ, 50ਵੀਂ ਪੜਤ ਥੱਲੇ। ਇਹ ਇੰਨਾ ਡੂੰਘਾ ਨਹੀਂ ਜਾਂਦੇ। ਤੇ ਮਹਾਰਾਜ ਕਹਿੰਦੇ ਮਨਮੁਖ ਨੂੰ 50ਵੀਂ ਪੜਤ ਥੱਲੇ ਭੇਜ ਦਿੰਦੇ। ਫਰਮਾਉਂਦੇ ਨੇ ਅਗਨ ਬਹਿੰਬ ਪਾਉਣੇ ਕੀ ਬਾਣੀ, 3 ਨਾਮ ਕੇ 10 ਤੇ ਤਸਕਰ ਜੋ ਨਾਮ ਨ ਲੇਵੇ ਵਸੇ ਕੋਟ 50। ਵੀ ਜਿਹੜਾ ਨਹੀਂ ਨਾਮ ਦੇ ਨਾਲ ਜੁੜਦਾ, ਨਾਮ ਦਾ ਭੇਦ ਲੈਂਦਾ, ਉਹਨੂੰ 50ਵੇਂ ਕੋਟ ਥੱਲੇ ਧਰਤੀ ਦੇ ਭੇਜ ਦਿੰਦੇ। ਹੁਣ ਇੰਨਾ ਥੱਲੇ ਅਸੀਂ ਗਏ ਹੋਏ, ਉੱਥੇ ਨਾ ਤਾਂ ਮਾਨਸ ਨਾਲ ਕੋਈ ਸਾਡਾ ਸੰਬੰਧ ਹੋਵੇ ਤੇ ਨਾ ਸਾਨੂੰ ਦੁਬਾਰਾ ਮਾਨਸ ਜਾਮਾ ਮਿਲੇ, ਕਿਉਂਕਿ ਧਿਆਨ ਦੁਆਰਾ ਕਾਇਆ ਪਲਟਦੀ। ਜਿੱਧਰ ਨੂੰ ਅੰਤ ਸਮੇਂ ਧਿਆਨ ਹੁੰਦਾ, ਉਹੀਓ ਸਾਨੂੰ ਆਕਾਰ ਮਿਲ ਜਾਂਦਾ। ਹੁਣ ਜੇ ਤਾਂ ਸਾਡਾ ਮਾਨਸ ਨਾਲ ਸੰਬੰਧ ਹੋਵੇ ਤੇ ਸਾਨੂੰ ਮਾਨਸ ਜਾਮਾ ਮਿਲੇ। ਹੁਣ ਉਹ ਧਰਤੀ ਤੋਂ ਫਿਰ ਤਾਹਾਂ ਆਉਂਦੇ ਆਉਂਦੇ ਕਈ ਯੁੱਗ ਲੰਘ ਜਾਂਦੇ, ਕਿਉਂਕਿ ਜਦ ਤੱਕ ਇਹ ਧਰਤੀ ਦੀ ਉਥਲ ਪੁਥਲ ਹੁੰਦੀ ਨਹੀਂ, ਉਹਨਾਂ ਸਮਾਂ ਅਸੀਂ ਤਾਂ ਨਹੀਂ ਆਉਂਦੇ ਉੱਥੇ। ਉਸੇ ਜੀਆਂ ਦਾ ਹਾਰ ਮਾਲਕ ਨੇ ਜੀ ਬਣਾਏ ਹੋਏ, ਇੱਕ ਦੂਸਰੇ ਨੂੰ ਖਾਂਦੇ ਤੇ ਉੱਥੇ ਹੀ ਆਕਾਰ ਬਦਲੀ ਜਾਂਦੇ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਮਾਨਸ ਜਾਮਾ ਮਿਲਿਆ, ਇਹ ਬੜੇ ਸਾਨੂੰ ਯੁੱਗਾਂ ਬਾਅਦ ਪ੍ਰਾਪਤ ਹੋਏ। ਮਹਾਰਾਜ ਫਰਮਾਉਂਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਵੀ ਇੰਨੇ ਯੁੱਗ ਪਹਿਲਾਂ ਤਾਂ ਅਸੀਂ ਇਸੇ ਤਰ੍ਹਾਂ ਜੂਨਾਂ 'ਚ ਫਿਰਦੇ ਰਹੇ ਤੇ ਹਾਰਦੇ ਰਹੇ। ਹੁਣ ਮਹਾਰਾਜ ਕਹਿੰਦੇ ਵਾਰੀ ਮਿਲੀ, ਮੌਕਾ ਮਿਲੇ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ।
ਹੁਣ ਮੌਕਾ ਮਿਲਿਆ ਨਾਮ ਦੇ ਨਾਲ ਜੁੜਨ ਵਾਸਤੇ ਵੀ ਅਸੀਂ ਆਪਦੇ ਘਰ ਚਲੇ ਜਾਈਏ, ਮਾਲਕ ਦੀ ਪਹਿਚਾਣ ਕਰ ਲਈਏ। ਜੇ ਅਸੀਂ ਹੁਣ ਵੀ ਕਰਮ ਦੇ ਨਾਲ ਹੀ ਜੁੜੇ ਰਹੇ ਤੇ ਫਿਰ ਅਸੀਂ ਆਪਦੇ ਆਪ ਦੀ ਪਹਿਚਾਣ ਨਾ ਕੀਤੀ ਤੇ ਇਥੋਂ ਫਿਰ ਦੁਬਾਰਾ ਦੇਖੋ ਥੱਲੇ ਡਿੱਗੇ ਹੋਏ, ਫਿਰ ਪਤਾ ਨਹੀਂ ਕਿੰਨੇ ਕੁ ਯੁੱਗ ਲੰਘ ਜਾਣ। ਮਹਾਰਾਜ ਕਹਿੰਦੇ 84 ਲੱਖ ਜੂਨ ਜਿਹੜੀ ਇਹ ਪੌੜੀ ਹੈ, ਜਿਵੇਂ ਇੱਕ ਪੌੜੀ ਹੁੰਦੀ ਆ, ਆਪਾਂ ਪੌੜੀ ਦਾ ਇੱਕ ਇੱਕ ਟੰਬਾ ਚੜ੍ਹਦੇ 84 ਲੱਖ ਟੰਬੇ ਹੋਣ ਤੇ ਚੜ੍ਹਦੇ ਕਦੋਂ ਚੜ੍ਹਾਂਗੇ ਉੱਥੇ। ਹੁਣ ਚੜ੍ਹਦੇ ਤੋਂ ਸਭ ਤੋਂ ਉੱਪਰਲੇ 'ਤੇ ਆ ਕੇ ਮਾਨਸ ਜਾਮਾ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ। ਜੇ ਤਾਂ ਹੁਣ ਅਸੀਂ ਇਹ ਤੋਂ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰ ਲਿਆ, ਸਨਮੁਖ ਹੋ ਗਏ, ਜੇ ਅਸੀਂ ਹੁਕਮ 'ਚ ਆ ਗਏ, ਨਾਮ ਨੂੰ ਬੁੱਝ ਲਏ, ਫਿਰ ਤਾਂ ਅਸੀਂ ਜਦੋਂ ਦੇਹ ਛੱਡਾਂਗੇ ਅਸੀਂ ਸਿੱਧਾ ਹੀ ਮਾਲਕ 'ਚ ਲੀਨ ਹੋ ਜਾਵਾਂਗੇ। ਉੱਪਰ ਪੌੜੀ ਤੋਂ ਤਾਹਾਂ ਗਏ ਤੇ ਮਾਲਕ ਹੀ ਮਾਲਕ ਹੈ ਤੇ ਅਸੀਂ ਮਾਲਕ ਦੇ ਵਿੱਚ ਸਮਾ ਕੇ ਉਹਦਾ ਹੀ ਰੂਪ ਬਣ ਜਾਵਾਂਗੇ। ਜੇ ਹੁਣ ਇਹ ਤੋਂ ਸਾਡਾ ਧਿਆਨ ਇੱਧਰ ਉੱਧਰ ਹੋਏ ਫਿਰ ਸਿੱਧਾ ਹੀ ਉੱਪਰੋਂ ਥੱਲੇ ਡਿੱਗਾਂਗੇ। ਤੇ ਮਹਾਰਾਜ ਕਹਿੰਦੇ ਉੱਤੋਂ ਡਿੱਗਿਆ ਹੋਇਆ ਫਿਰ ਰਾਹ ਦੇ ਵਿੱਚ ਠਹਿਰਦਾ ਵੀ ਨਹੀਂ, ਵਿੱਚ ਸਿੱਧਾ ਹੀ ਥੱਲੇ ਆਉਂਦਾ। ਇਸ ਲਈ ਫਰਮਾਉਂਦੇ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਈ ਜਾਏ ਦੁੱਖ ਪਾਇੰਦਾ। ਮਹਾਰਾਜ ਕਹਿੰਦੇ 84 ਲੱਖ ਜੂਨ ਤੋਂ ਉੱਤਮ ਮਾਨਸ ਦੇਹੀ ਹੈ। ਜੇ ਹੁਣ ਇਹ ਤੋਂ ਸਾਡਾ ਧਿਆਨ ਇੱਧਰ ਉੱਧਰ ਹੋਇਆ ਨਹੀਂ ਤੇ ਸਿੱਧੇ ਹੀ ਥੱਲੇ ਡਿੱਗਾਂਗੇ। ਫਿਰ ਇੱਕ ਵਾਰ ਥੱਲੇ ਡਿੱਗਿਆ ਹੋਇਆ ਤੇ ਚੜ੍ਹਦੇ ਪਤਾ ਨਹੀਂ ਕਿੰਨੇ ਕੁ ਯੁੱਗ ਲੰਘ ਜਾਣ, ਫਿਰ ਕਦੋਂ ਮਾਨਸ ਜਾਮਾ ਮਿਲੇ। ਫਿਰ ਮਾਨਸ ਜਾਮੇ ਵਿੱਚ ਵੀ ਅਸੀਂ ਤਾਂ ਮਾਨਸ ਜਾਮੇ ਦਾ ਲਾਹਾ ਕੱਟ ਸਕਦੇ ਜੇ ਸਾਨੂੰ ਉਦੋਂ ਕਿਤੇ ਸਾਧੂ ਸੰਤ ਮਿਲਣ, ਜੇ ਸਾਨੂੰ ਪੂਰਨ ਗੁਰੂ ਮਿਲੇ ਤੇ ਫਿਰ ਅਸੀਂ ਮਾਨਸ ਜਾਮੇ 'ਚ ਲਾਹਾ ਕੱਟ ਸਕਦੇ, ਨਹੀਂ ਤਾਂ ਵੀ ਅਸੀਂ ਮਾਨਸ ਜਾਮੇ 'ਚ ਲਾਹਾ ਨਹੀਂ ਕੱਟ ਸਕਦੇ। ਕਿਉਂਕਿ ਅਸੀਂ ਮਾਨਸ ਜਾਮਾ ਜੇ ਮਿਲ ਵੀ ਗਿਆ ਅਸੀਂ ਫਿਰ ਕਰਮ ਨਾਲ ਬੱਝ ਜਾਂਦੇ, ਫਿਰ ਜੁੜ ਜਾਂਦੇ ਕਰਮ ਦੇ ਨਾਲ। ਮਹਾਰਾਜ ਫਿਰ ਇਸ ਲਈ ਹੁਣ ਆਪਾਂ ਨੂੰ ਸਮਝਾਉਂਦੇ ਵੀ ਹੁਣ ਸਾਡੇ ਕੋਲ ਬੜਾ ਸੁਨਹਿਰੀ ਮੌਕਾ। ਹੁਣ ਆਪਾਂ ਨੂੰ ਮਾਨਸ ਜਾਮਾ ਵੀ ਉਦੋਂ ਮਿਲਿਆ ਵੀ ਜਦੋਂ ਆਪਣੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰੂ ਆਪ ਕਰ ਰਹੇ ਤੇ ਫਿਰ ਆਪਣੇ ਵੱਡੇ ਭਾਗ ਵੀ ਆਪਾਂ ਨੂੰ ਸਤ ਸੰਗਤ ਮਿਲੀ। ਵੀ ਹੁਣ ਤਾਂ ਆਪਾਂ ਸਿਰਫ ਇਹ ਰਸਤੇ 'ਤੇ ਚੱਲਣਾ ਹੀ ਹੈ। ਇੱਕ ਤਾਂ ਹੁੰਦਾ ਵੀ ਆਪਾਂ ਨੂੰ ਕੋਈ ਸਮਝਾਉਣ ਵਾਲਾ ਨਾ ਹੋਵੇ, ਕੋਈ ਦੱਸਣ ਵਾਲਾ ਨਾ ਹੋਵੇ, ਫਿਰ ਤਾਂ ਆਪਾਂ ਕਹਿ ਸਕਦੇ ਵੀ ਸਾਨੂੰ ਤਾਂ ਜੀ ਮੌਕਾ ਹੀ ਨਹੀਂ ਮਿਲਿਆ, ਸਾਨੂੰ ਤਾਂ ਸਮਝ ਹੀ ਨਹੀਂ ਲੱਗੀ, ਸਾਨੂੰ ਤਾਂ ਕੋਈ ਦੱਸਣ ਵਾਲਾ ਲੱਭਿਆ ਹੀ ਨਾ। ਹੁਣ ਤਾਂ ਆਪਾਂ ਨੂੰ ਰੋਜ਼ ਸਤਿਗੁਰੂ ਸਮਝਾਉਣ ਸੀ, ਰੋਜ਼ ਸਾਨੂੰ ਕਹਿੰਦੇ ਭਾਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਹੈ। ਰੋਜ਼ ਅਸੀਂ ਪੜ੍ਹ ਲੈਂਦੇ ਹਾਂ ਤੇ ਆਪਾਂ ਨੂੰ ਕਹਿੰਦੇ ਵੀ ਵਾਰੀ ਮਿਲੀ ਤੇ ਹੁਣ ਮਿਲੋ, ਵੀ ਇਕੱਲਾ ਪੜ੍ਹੋ ਹੀ ਨਾ, ਹੁਣ ਵਾਰੀ ਮਿਲੀ ਹੁਣ ਮਿਲੋ ਵੀ। ਪੜ੍ਹੀ ਜਾਓਗੇ ਕਿ ਮਿਲੋਗੇ ਵੀ? ਹੁਣ ਪੜ੍ਹ ਕੇ ਆਪਾਂ ਪੁੱਛਣਾ ਹੁੰਦਾ ਸਗੋਂ ਤੇ ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਹੁਣ ਵਾਰੀ ਮਿਲੀ ਹੈ ਤੇ ਅਸੀਂ ਮਿਲੀਏ ਕਿਵੇਂ? ਬਈ ਤੁਸੀਂ ਸਾਨੂੰ ਇਹ ਦੱਸੋ ਬਈ ਅਸੀਂ ਕਿਵੇਂ ਮਿਲ ਸਕਦੇ। ਜੇ ਹੁਣ ਆਪਾਂ ਨੂੰ ਇਹ ਕਹਿ ਰਹੇ ਵੀ ਤੁਹਾਨੂੰ ਵਾਰੀ ਮਿਲੀ ਹੈ ਤੇ ਫਿਰ ਆਪਾਂ ਨੂੰ ਇਹ ਵੀ ਦੱਸਣਗੇ ਵੀ ਕਿਵੇਂ ਮਿਲਣਾ। ਫਿਰ ਆਪਾਂ ਨੂੰ ਸਾਰਾ ਸਮਝਾਉਂਦੇ ਵੀ ਅਸੀਂ ਕਿਵੇਂ ਮਿਲਣਾ, ਰਸਤੇ ਵਿੱਚ ਕੀ ਕੁਝ ਰੁਕਾਵਟਾਂ ਨੇ। ਹੁਣ ਉਹ ਸਾਨੂੰ ਸਾਰਾ 1430 ਅੰਗ ਗੁਰਬਾਣੀ ਗੁਰੂ ਵਿੱਚ ਇਹੋ ਤਾਂ ਦੱਸ ਰਹੇ ਮਹਾਰਾਜ, ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਮਿਲਣਾ, ਕਿਵੇਂ ਹੁਣ ਅਸੀਂ ਦੌਦਾ ਵਿੱਚ ਚਲੇ ਗਏ, ਕਿਵੇਂ ਅਸੀਂ ਆਕਾਰਾਂ ਦੇ ਵਿੱਚ ਚਲੇ ਗਏ, ਕਿਹੜੇ ਕਿਹੜੇ ਆਕਾਰਾਂ ਦੇ ਵਿੱਚ ਰਹੇ, ਫਿਰ ਕਿਵੇਂ ਹੁਣ ਸਾਨੂੰ ਮਾਨਸ ਜਾਮਾ ਮਿਲਿਆ ਤੇ ਹੁਣ ਮਾਨਸ ਜਾਮੇ ਵਿੱਚ ਹੁੰਦੇ ਹੋਏ ਕਿਵੇਂ ਮਾਲਕ ਨਾਲ ਮਿਲਾਪ ਕਰ ਸਕਦੇ। ਇਹ ਸਾਰੀ ਜਿਹੜੀ ਕਹਾਣੀ ਇਹਨੂੰ ਅਕਥ ਕਹਾਣੀ ਕਹਿੰਦੇ ਵੀ ਜਦੋਂ ਹੁਣ ਆਪਾਂ ਵਿਛੜਿਆ ਹੋਇਆ ਪਰਿਵਾਰ, ਜਿਵੇਂ ਬੜੇ ਲੰਮੇ ਸਮੇਂ ਤੋਂ ਬਾਅਦ ਵਿਛੜੇ ਹੋਏ ਸੰਜੋਗੀ ਇਕੱਠੇ ਹੋਣ, ਫਿਰ ਉਹ ਆਪਦਾ ਪਿਛੋਕੜ ਫੋਲਦੇ
ਵੀ ਆਪਾਂ ਪਹਿਲਾਂ ਕਿੱਥੇ ਕਿੱਥੇ ਰਹੇ। ਫਿਰ ਉਹ ਪੁਰਾਣੀਆਂ ਗੱਲਾਂ ਕਰਦੇ ਵੀ ਆਪਾਂ ਐਂ ਕਰਦੇ ਹੁੰਦੇ ਸੀ, ਆਪਾਂ ਉੱਥੇ ਰਹਿੰਦੇ ਹੁੰਦੇ ਸੀ, ਆਪਾਂ ਉੱਥੇ ਜਾਂਦੇ ਹੁੰਦੇ ਸੀ। ਹੁਣ ਇਸੇ ਤਰ੍ਹਾਂ ਹੀ ਆਪਾਂ ਇਸ ਸਤ ਸੰਗਤ ਰੂਪ ਦੇ ਵਿੱਚ ਇਹ ਆਪਾਂ ਪਿਛਲੇ ਪੁਰਾਣੇ ਸੰਜੋਗੀ ਮਹਾਰਾਜ ਫਰਮਾਉਂਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਵੀ ਪਿਛਲੇ ਜਨਮਾਂ ਦੇ ਸੰਜੋਗੀ ਆਪਾਂ। ਹੁਣ ਜਦੋਂ ਸੰਜੋਗੀ ਇਕੱਠੇ ਹੁੰਦੇ ਫਿਰ ਆਪਾਂ ਕਹਾਣੀ ਕਰਦੇ ਆਪਣੀ ਪਿਛਲੀ, ਜਿਹਨੂੰ ਮਹਾਰਾਜ ਕਹਿੰਦੇ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਤਿਗੁਰ ਭਾਵੇ ਤਾਂ ਮੰਨ ਲੈਣ ਸਹੀ ਕਰਮ ਕਰੇਣ। ਵੀ ਜਦੋਂ ਇੱਕ ਵਿਛੜਿਆ ਹੋਇਆ ਪਰਿਵਾਰ ਮਿਲਦਾ ਫਿਰ ਉਹ ਆਪਦੇ ਪਿਓ ਦਾਦੇ ਦੀ ਕਹਾਣੀ, ਫਿਰ ਆਪਣੇ ਮਾਤਾ ਪਿਤਾ ਦੀ ਕਹਾਣੀ ਕਰਦੇ, ਫਿਰ ਉਹ ਆਪਣਾ ਪਿਛੋਕੜ ਚੇਤੇ ਕਰਦੇ। ਸੋ ਇਸੇ ਨੂੰ ਫਿਰ ਕਥ ਕਹਾਣੀ ਕਹਿੰਦੇ, ਇਸੇ ਨੂੰ ਪ੍ਰੇਮ ਕਹਾਣੀ ਕਹਿੰਦੇ। ਵੀ ਕਿਵੇਂ ਹੁਣ ਅਸੀਂ ਮਾਲਕ ਤੋਂ ਫਿਰ ਵਿਛੜੇ ਕਿੱਥੇ ਕਿੱਥੇ ਰਹੇ, ਹੁਣ ਆਪਾਂ ਨੂੰ ਵਾਰਿਸ ਜਾਮਾ ਮਿਲਿਆ ਅਤੇ ਹੁਣ ਕਿਵੇਂ ਫਿਰ ਅਸੀਂ ਮਾਲਕ ਨਾਲ ਮਿਲਾਪ ਕੀਤਾ। ਇਸ ਨੂੰ ਫਿਰ ਮਹਾਰਾਜ ਕਹਿੰਦੇ ਪ੍ਰੇਮ ਕਹਾਣੀ। ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਈ। ਵੀ ਸਾਨੂੰ ਵੀ ਕੋਈ ਮਾਲਕ ਦਾ ਪਿਆਰਾ ਆ ਕੇ ਪ੍ਰੇਮ ਦੀ ਕਹਾਣੀ ਸੁਣਾਵੇ, ਦੱਸੇ, ਅਤੇ ਅਸੀਂ ਵੀ ਇਹ ਪ੍ਰੇਮ ਕਹਾਣੀ ਨੂੰ ਮੰਨ ਕੇ ਸੁਣ ਕੇ ਇਸ ਪ੍ਰੇਮ ਦੇ ਮਾਰਗ 'ਤੇ ਚੱਲ ਕੇ ਮਾਲਕ ਦੇ ਨਾਲ ਮਿਲਾਪ ਕਰ ਲਈ। ਮਹਾਰਾਜ ਕਹਿੰਦੇ ਫਿਰ ਉਹ ਜਨ ਧਨ ਨੇ ਜਿਨ੍ਹਾਂ ਨੇ ਮਿਲਾਪ ਕਰ ਲਿਆ, ਅਤੇ ਉਹਨਾਂ ਜਨਾਂ ਤੋਂ ਫਿਰ ਪੁੱਛੋ ਵੀ ਤੁਸੀਂ ਕਿਵੇਂ ਮਿਲਾਪ ਕੀਤਾ ਅਤੇ ਅਸੀਂ ਵੀ ਕਿਵੇਂ ਕਰੀਏ। ਫਿਰ ਉਹ ਆਪਾਂ ਨੂੰ ਦੱਸਣਗੇ। ਮਹਾਰਾਜ ਫਰਮਾਉਂਦੇ ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀਆਂ ਬਾਤਾਂ। ਬਈ ਉਹ ਹਰੀ ਦੇ ਜਨ ਧੰਨ ਜਿਨ੍ਹਾਂ ਨੇ ਮਾਲਕ ਨੂੰ ਜਾਣ ਲਿਆ, ਜਿਨ੍ਹਾਂ ਨੇ ਮਿਲਾਪ ਕਰ ਲਿਆ, ਅਤੇ ਅਸੀਂ ਜਾ ਕੇ ਉਹਨਾਂ ਤੋਂ ਪੁੱਛਣਾ ਵੀ ਸਾਨੂੰ ਵੀ ਬਾਤਾਂ ਸੁਣਾਓ ਸਾਡੇ ਮਾਲਕ ਦੀਆਂ, ਪਰਮਾਤਮਾ ਦੀਆਂ, ਵੀ ਉਹ ਸਾਨੂੰ ਕੀ ਉਪਦੇਸ਼ ਕਰਦੇ, ਉਹ ਸਾਨੂੰ ਕੀ ਕਹਿਣਾ ਚਾਹੁੰਦੇ। ਫਿਰ ਉਹ ਗੁਰਮੁਖ ਆਪਾਂ ਨੂੰ ਦੱਸਦੇ ਵੀ ਮਾਲਕ ਸਾਨੂੰ ਕਹਿੰਦਾ ਵੀ ਤੁਸੀਂ ਘਰੇ ਵਾਪਸ ਆਓ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਹੁਣ ਉਹ ਤਾਂ ਸਾਨੂੰ ਬੁਲਾ ਰਹੇ ਅਤੇ ਘਰ ਜਾਣ ਵਾਸਤੇ ਹੁਣ ਆਪਾਂ ਨੂੰ ਸਿਮਰਨ ਕਰਨਾ ਪੈਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਅਭਿਆਸ ਕਰਕੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ ਫਿਰ ਅਸੀਂ ਘਰ ਜਾ ਸਕਦੇ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਇਹ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ, ਇਹ ਆਪਾਂ ਹੁਣ ਲਗਾਤਾਰ ਅਭਿਆਸ ਕਰਨਾ ਹੁੰਦਾ, ਬਹਿੰਦੇ ਉੱਠਦੇ ਚੱਲਦੇ ਫਿਰਦੇ ਕੰਮ ਕਾਰ ਕਰਦੇ। ਜਦੋਂ ਅਸੀਂ ਇਹ ਲਗਾਤਾਰ ਅਭਿਆਸ ਕਰਾਂਗੇ ਫਿਰ ਅਸੀਂ ਉਹ ਨਾਮ ਤੱਕ ਪਹੁੰਚਾਂਗੇ। ਜਿਸ ਨਾਮ ਪਰਥਾਏ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਵਿਸਾਰ ਦਿੱਤਾ, ਜਿਨ੍ਹਾਂ ਨੇ ਨਹੀਂ ਨਾਮ ਨੂੰ ਬੁੱਝਿਆ, ਉਹਨਾਂ ਨੂੰ ਕੋਈ ਥਾਂ ਟਿਕਾਣਾ ਨਹੀਂ, ਉਹਨਾਂ ਦਾ ਮਨ ਨਹੀਂ ਰੁਕਦਾ। ਜਿਹੜੇ ਫਿਰ ਮਾਲਕ ਦੇ ਨੌਕਰ ਚਾਕਰ ਜਿਹੜੇ ਸਹਿਜ ਵਿੱਚ ਆ ਗਏ, ਉਹਨਾਂ ਨੇ ਫਿਰ ਹੋਰ ਲਾਲਚ ਨੂੰ ਛੱਡ ਕੇ ਮਾਲਕ ਦੇ ਨਾਮ ਦੀ ਪ੍ਰਾਪਤੀ ਕਰ ਲਈ। ਇਸੇ ਵਰਤਾਏ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਜਿਨੀ ਨਾਮ ਵਸਾਰਿਆ ਤਿੰਨਾ ਠੌਰ ਨਾ ਠਾਓ, ਲਾਲੇ ਲਾਲਚ ਤੇ ਆਗਿਆ ਪਾਇਆ ਹਰ ਨਾਉ। ਵੀ ਉਹਨਾਂ ਨੇ ਲਾਲਚ ਹੋਰ ਲੋਭ ਛੱਡ ਕੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ। ਸੋ ਇਸ ਵਾਸਤੇ ਹੁਣ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਬਈ ਆਪਾਂ ਵੀ ਨਾਮ ਦੇ ਨਾਲ ਜੁੜੀਏ, ਆਪਾਂ ਵੀ ਨਾਮ ਦੀ ਪ੍ਰਾਪਤੀ ਕਰੀਏ। ਜਿਸ ਨਾਮ ਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਤੇ ਚੱਲਦਿਆਂ ਦੇ ਨਾਲ ਵੀ ਸਾਡੇ ਚੱਲਣ, ਬਾਕੀ ਦਾ ਸਾਰਾ ਕੁਛ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਣੇ, ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ। ਮਹਾਂਪੁਰਖਾਂ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਕਿਵੇਂ ਅਸੀਂ ਮਾਲਕ ਅਕਾਲ ਪੁਰਖ ਤੋਂ ਵਿਛੜੇ ਅਤੇ ਕਿਵੇਂ ਹੁਣ ਅਸੀਂ ਮਿਲਾਪ ਕਰਨਾ, ਕਿਵੇਂ ਸਾਡੇ ਮਰਨੇ ਨੌਕਰ, ਕਿਵੇਂ ਚਾਕਰ ਬਣਨਾ, ਕਿਵੇਂ ਅਸੀਂ ਮਾਲਕ ਦੀ ਨੌਕਰੀ ਕਰ ਸਕਦੇ। ਉਹ ਫਿਰ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਜ ਦਿੱਤਾ ਅਤੇ ਆਪਾਂ ਵੀ ਇਹ ਭੇਦ ਲੈ ਕੇ ਆਪਣੇ ਜੀਵਨ ਦਾ ਜੋ ਲਾਹਾ ਉਹ ਆਪਾਂ ਲਾਹਾ ਖੱਟ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।